ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ ਹਰਿ ਹਰਿ ਕ੍ਰਿਸ਼ਨ ਮਨਾਈ ਵਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਿੰਘ ਬਿਸਾਲਾ ਤਾਰੋ ਤਾਰਾ ਕਰ ਕੋਨ ਕੋਨ ਸੀਸਾ ਕੋਨ ਕੋਨ ਸੀਸਾ ਬੰਦੋ ਪਾਰ ਪਾਰ ਜਗਦੀਸਾ ਸਮਹ ਅਮਰਤ ਗਿਆਨ ਹੈ ਨਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਭਗਤ ਬੰਦੋ ਕਰ ਅਨੁਰਾਗ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਅਤੇ ਦੁਹਰਾਈਏ। ਆਗਿਆ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਕਾਲ ਕਥਾ ਵਿਚਾਰ ਰਹੇ ਹਾਂ। ਕੱਲ੍ਹ ਦਿਨਾਂ ਦੇ ਵਾਰਾਂ ਦੇ ਵਿੱਚ ਸਤਿਗੁਰੂ ਜੀ ਜਗਨਨਾਥ ਦੀ ਧਰਤੀ ਦੇ ਉੱਪਰ ਬਿਰਾਜੇ ਹੋਏ ਨੇ, ਜਿੱਥੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਕਲਯੁਗ ਮਨੁੱਖਾ ਸਰੀਰ ਧਾਰਨ ਕਰਕੇ ਆਇਆ ਹੈ। ਸਤਿਗੁਰਾਂ ਦੀ ਅਪਾਰ ਮਹਿਮਾ ਵੇਖਦਾ ਹੋਇਆ ਸਤਿਗੁਰਾਂ ਤਾਈਂ ਭੇਟਾ ਕੁਝ ਕਰਨਾ ਚਾਹੁੰਦਾ ਹੈ, ਕੋਈ ਸਤਿਗੁਰਾਂ ਨੂੰ ਭੇਟਾ ਦੇਣੀ ਚਾਹੁੰਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਣ ਲੱਗੇ, ਇਹ ਕਲਯੁਗ ਤੂੰ ਕੀ ਦੇਣ ਆਇਆ ਹੈ? ਕਹਿਣ ਲੱਗਾ, ਮਹਾਰਾਜ ਜਿਹੜੇ ਸੋਨੇ ਦੇ ਮੰਦਰ ਹਨ, ਹੀਰਿਆਂ ਮੋਤੀਆਂ ਦੇ ਜੜੇ ਹੋਏ, ਉਹ ਲੈ ਲਵੋ। ਉਹਨਾਂ ਵਿੱਚ ਬੈਠ ਕਰਕੇ ਬੜਾ ਸੁੱਖ ਮਿਲਦਾ ਹੈ, ਬੜਾ ਆਪ ਜੀਆਂ ਨੂੰ ਆਨੰਦ ਸੁੱਖ ਪ੍ਰਾਪਤ ਹੋਵੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਇਹ ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਮਕਰ ਚੰਦਨ ਵੀ ਪਾਵੈ ਚਾਲ, ਮਤ ਦੇਵ ਭੂਲਾ ਵਿਸਰ ਤੇਰਾ ਚਿਤ ਨਾ ਆਵੈ ਨਾਲ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਇਹ ਜੋ ਸੋਨੇ ਦੇ ਮੰਦਰ ਹਨ, ਜਿਨ੍ਹਾਂ ਵਿੱਚ ਹੀਰੇ ਮੋਤੀ ਜੜੇ ਹੋਏ ਨੇ, ਜਿਨ੍ਹਾਂ ਦੇ ਅੰਦਰ ਕੇਸਰ ਚੰਦਨ ਦੀਆਂ ਖੁਸ਼ਬੂਆਂ ਆਉਂਦੀਆਂ ਨੇ, ਇਹਨਾਂ ਮੰਦਰਾਂ ਤੋਂ ਮੈਨੂੰ ਬੜਾ ਡਰ ਲੱਗਦਾ, ਮੈਨੂੰ ਬੜਾ ਖਤਰਾ ਲੱਗਦਾ ਹੈ। ਅਰਜੁਨ ਪੁੱਛਣ ਲੱਗਾ, ਮਹਾਰਾਜ ਕਿਉਂ? ਸਤਿਗੁਰੂ ਜੀ ਕਹਿੰਦੇ, ਐਸੇ ਸੁੰਦਰ ਮੰਦਰਾਂ ਦੇ ਸੁੱਖ ਵਿੱਚ ਬੈਠ ਕਰਕੇ ਜੇਕਰ ਪਰਮੇਸ਼ਰ ਦੀ ਯਾਦ ਭੁੱਲ ਜਾਵੇ, ਉਹ ਚੇਤੇ ਵਿੱਚੋਂ ਭੁੱਲ ਜਾਵੇ, ਉਹਦਾ ਨਾਮ ਚੇਤੇ ਹੀ ਨਾ ਆਵੇ,
ਤੇ ਐਸੇ ਮੰਦਰਾਂ ਦਾ ਕੀ ਕਰਨਾ ਹੈ। ਕਹਿਣ ਲੱਗਾ ਮਹਾਰਾਜ ਫਿਰ ਇੱਦਾਂ ਕਰੋ, ਤੁਸੀਂ ਨਾ ਜਿਹੜੀਆਂ ਸਵਰਗਾਂ ਦੀਆਂ ਅਪਸਰਾਂ ਹਨ, ਦੇਵੀਆਂ ਹਨ, ਉਹ ਲੈ ਲਵੋ। ਸੁੰਦਰ ਪਲੰਗ ਲੈ ਲਵੋ, ਉਹਨਾਂ ਪਲੰਗਾਂ ਦੇ ਉੱਪਰ ਉਹਨਾਂ ਨਾਲ ਸਮਾਂ ਬਤੀਤ ਕਰੋ, ਇਹੋ ਪ੍ਰੇਮ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਹੈ ਕਲਯੁਗ ਧਰਤੀ ਦਾ ਹੀਰੇ ਲਾਲ ਜੜਤੀ, ਮਲਕ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਰੋ। ਸਤਿਗੁਰੂ ਜੀ ਕਹਿਣ ਲੱਗੇ, ਭਾਵੇਂ ਇਹ ਸਾਰੀ ਧਰਤੀ ਹੀਰਿਆਂ ਦੇ ਨਾਲ ਜੜੀ ਹੋਵੇ, ਭਾਵੇਂ ਜੋ ਸਵਰਗਾਂ ਦੀਆਂ ਦੇਵੀਆਂ ਹਨ, ਅਪਸਰਾਂ, ਉਹਨਾਂ ਦੇ ਸਰੀਰ ਉੱਪਰ ਬਹੁਤਾ ਸ਼ਿੰਗਾਰ ਕੀਤਾ ਹੋਵੇ, ਤੇ ਮੈਨੂੰ ਵੇਖ ਕਰਕੇ ਬਹੁਤੇ ਹਾਵ ਭਾਵ ਵੀ ਕਰਨ, ਮਤ ਦੇਖ ਭੂਲਾ ਵਿਸਰਾ, ਤੇਰਾ ਚਿਤ ਨਾ ਆਵੇ ਨਾਉ। ਜੇਕਰ ਐਸੀਆਂ ਔਰਤਾਂ ਨੂੰ ਮਿਲ ਕਰਕੇ, ਐਸੇ ਧਨ ਪਦਾਰਥ ਨੂੰ ਮਿਲ ਕਰਕੇ ਪਰਮੇਸ਼ਰ ਦਾ ਨਾਮ ਵਿਸਰ ਜਾਵੇ, ਉਹ ਚੇਤੇ ਵਿੱਚ ਨਾ ਰਹੇ। ਮਹਾਰਾਜ ਕਹਿੰਦੇ, ਇਹ ਸੋਚ ਸੋਚ ਕੇ ਡਰ ਕਰਦਾ ਹੈ। ਕਹਿਣ ਲੱਗਾ ਮਹਾਰਾਜ ਫਿਰ ਰਿੱਧੀਆਂ ਸਿੱਧੀਆਂ ਲੈ ਲਵੋ, ਕਦੇ ਅਲੋਪ ਹੋ ਜਾਇਆ ਕਰਿਓ, ਕਦੇ ਪ੍ਰਗਟ ਹੋ ਜਾਇਆ ਕਰੋ। ਇਹਨਾਂ ਨੂੰ ਵੇਖ ਕਰਕੇ ਸੰਸਾਰ ਦੇ ਲੋਕ ਆਪ ਜੀਆਂ ਦੀ ਬੜੀ ਪੂਜਾ ਕਰਨਗੇ, ਆਪ ਜੀਆਂ ਦਾ ਭੈ ਮੰਨਣਗੇ। ਮਹਾਰਾਜ ਕਹਿੰਦੇ, ਜੇਕਰ ਮੈਂ ਸਿੱਧੀ ਹੋ ਜਾਵਾਂ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਵਾਂ, ਤੇ ਰਿੱਧੀਆਂ ਸਿੱਧੀਆਂ ਦੇ ਨਾਲ ਕਦੇ ਗੁਪਤ ਹੋ ਜਾਇਆ ਕਰਾਂ, ਕਦੇ ਪ੍ਰਗਟ ਹੋ ਜਾਇਆ ਕਰਾਂ। ਮਹਾਰਾਜ ਕਹਿੰਦੇ, ਇਹਨਾਂ ਰਿੱਧੀਆਂ ਸਿੱਧੀਆਂ ਦਾ ਵੀ ਕੀ ਕਰਨਾ ਹੈ। ਜੇਕਰ ਇਹਨਾਂ ਨੂੰ ਪ੍ਰਾਪਤ ਕਰਕੇ ਪਦਾਰਥਾਂ ਦੀ ਪੂਰਤੀ ਕਰਦਾ ਰਿਹਾ, ਪਰਮੇਸ਼ਰ ਨੂੰ ਕਦੇ ਚੇਤੇ ਨਾ ਕੀਤਾ। ਅਖੀਰ ਵਿੱਚ ਕਹਿਣ ਲੱਗਾ ਮਹਾਰਾਜ, ਫਿਰ ਪਾਤਸ਼ਾਹੀ ਲੈ ਲਵੋ, ਇਹ ਸੰਸਾਰ ਦੇ ਰਾਜੇ ਬਣਾ ਦੇਣਾ, ਰਾਜੇ ਬਣ ਜਾਵੋ, ਤਖ਼ਤ ਤੇ ਬੈਠ ਜਾਵੋ, ਹੁਕਮ ਚਲਾਇਓ, ਸੈਨਾ ਇਕੱਠੀ ਕਰਿਓ, ਇਸ ਪ੍ਰਕਾਰ ਆਪਣੇ ਮਨ ਭਾਉਂਦੇ ਹੁਕਮ ਕਰਿਓ। ਸਤਿਗੁਰੂ ਜੀ ਕਹਿਣ ਲੱਗੇ, ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ। ਜੇਕਰ ਰਾਜਾ ਵੀ ਬਣ ਜਾਵਾਂ, ਆਪਣੇ ਪੈਰ ਤਖਤ ਉੱਪਰ ਵੀ ਰੱਖ ਲਵਾਂ, ਹੁਕਮ ਹਾਸਲ ਕਰੀ ਬੈਠਾ, ਕਰ ਸਭ ਲਾਓ, ਨਾਨਕਾ ਸਭ ਗਾਓ। ਇਹ ਸਾਰਾ ਕੁਝ ਮਹਾਰਾਜ ਕਹਿਣ ਲੱਗੇ ਹਵਾ ਵਰਗਾ ਹੈ। ਇਹ ਤਖਤ ਵੀ ਹਵਾ ਵਰਗੇ ਨੇ, ਇਹ ਹੁਕਮ ਵੀ ਹਵਾ ਵਰਗੇ ਨੇ, ਜੇਕਰ ਪਰਮੇਸ਼ਰ ਦਾ ਨਾਮ ਚੇਤੇ ਨਹੀਂ। ਕਹਿਣ ਲੱਗਾ ਮਹਾਰਾਜ, ਤੁਸੀਂ ਮੇਰੇ ਤੋਂ ਕੋਈ ਵੀ ਭੇਟਾ ਨਹੀਂ ਲਈ, ਤੇ ਮੈਂ ਬੜਾ ਦੁਖੀ। ਜੇਕਰ ਕੋਈ ਭੇਟਾ ਆਪ ਜੀ ਪ੍ਰਵਾਨ ਕਰ ਲੈਂਦੇ, ਤੇ ਮੈਂ ਬੜਾ ਪ੍ਰਸੰਨ ਹੁੰਦਾ। ਸਤਿਗੁਰੂ ਜੀ ਕਹਿੰਦੇ, ਜੇਕਰ ਭੇਟਾ ਦੇਣੀ ਹੈ, ਤੇ ਸਾਨੂੰ ਇੱਕ ਭੇਟਾ ਦੇ ਦਿਓ। ਕਹਿਣ ਲੱਗਾ ਮਹਾਰਾਜ, ਹੁਕਮ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਜਿੱਥੇ ਵੀ ਸਾਡੇ ਨਾਨਕ ਨਾਮ ਲੈਵਾ ਸਿੱਖ ਬੈਠੇ ਹੋਣਗੇ, ਤੂੰ ਉਹਨਾਂ ਦੇ ਪਾਸ ਨਹੀਂ ਜਾਣਾ। ਜਿੱਥੇ ਨਾਮ ਦੀ ਸਤ ਸੰਗਤ ਹੁੰਦੀ ਹੋਵੇਗੀ, ਉਹਨਾਂ ਦੇ ਕੋਲ ਨਹੀਂ ਜਾਣਾ। ਇਸ ਪ੍ਰਕਾਰ ਨਾਮ ਦਾਨ ਇਸ਼ਨਾਨ ਜੇ ਸਤ ਹੀ ਕਿਨ ਤੇ ਨਹੀਂ ਭੁਲਾਵਹ ਪਦ ਹੀ। ਇਹ ਸਾਡੇ ਜੋ ਸਿੱਖ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਨਾਮ ਜਪਦੇ ਨੇ, ਤੇ ਕਿਰਤ ਕਮਾਈਆਂ ਚੋਂ ਦਾਨ ਕੱਢਦੇ ਨੇ, ਕਦੇ ਵੀ ਆਪਣਾ ਪ੍ਰਭਾਵ ਉਹਨਾਂ ਉੱਤੇ ਪਾ ਕੇ ਨਾ ਤਾਂ ਉਹਨਾਂ ਨੂੰ ਇਸ਼ਨਾਨ ਭੁਲਾਉਣਾ ਹੈ, ਨਾ ਨਾਮ ਭੁਲਾਉਣਾ ਹੈ, ਤੇ ਨਾ ਹੀ ਦਾਨ ਕਰਨਾ ਭੁਲਾਉਣਾ ਹੈ। ਕਹਿਣ ਲੱਗਾ ਮਹਾਰਾਜ, ਜਿਵੇਂ ਆਪ ਜੀਆਂ ਦਾ ਹੁਕਮ ਹੋਵੇਗਾ, ਜੋ ਆਪ ਜੀਆਂ ਦੇ ਉੱਪਰ ਨਿਗਾਹ ਰੱਖਣਗੇ, ਜੋ ਆਪ ਜੀਆਂ ਨੂੰ ਪ੍ਰੇਮ ਕਰਨਗੇ, ਉਹਨਾਂ ਦੇ ਤਾਂ ਮੈਂ ਕੋਲ ਵੀ ਨਹੀਂ ਜਾਵਾਂਗਾ। ਪਰ ਮਹਾਰਾਜ, ਜੋ ਆਪ ਜੀ ਦਾ ਨਾਮ ਲੈ ਕੇ ਪਖੰਡ ਕਰਨਗੇ, ਜੋ ਕਰਮ ਕਾਂਡ ਕਰਨਗੇ, ਉਹਨਾਂ ਨੂੰ ਮੈਂ ਭਾਰੀ ਦੁੱਖ ਦੇਵਾਂਗਾ। ਉਹਨਾਂ ਨੂੰ ਇਸ ਪ੍ਰਕਾਰ ਖੁਆਰ ਕਰ ਦੇਵਾਂਗਾ, ਐਸੇ ਕਰਮ ਉਹਨਾਂ ਦੇ ਹੱਥੋਂ ਕਰਵਾ ਦੇਵਾਂਗਾ। ਉਹਨਾਂ ਨੂੰ ਚੋਰੀਆਂ ਦੀ, ਯਾਰੀਆਂ ਦੀ, ਨਿੰਦਿਆ ਦੀ, ਝੂਠ ਬੋਲਣ ਦੀ ਆਦਤ ਪਾ ਦੇਵਾਂਗਾ। ਉਹ ਲੋਭੀ ਲਾਲਚੀ ਹੋ ਜਾਣਗੇ, ਤੇ ਸੰਸਾਰ ਵਿੱਚ ਉਹਨਾਂ ਦੀ ਬੜੀ ਨਿਰਾਦਰੀ ਹੋਵੇਗੀ। ਗੁਰੂ ਨਾਨਕ ਦੇਵ ਜੀ ਨਾਲ ਇਸ ਪ੍ਰਕਾਰ ਕਲਯੁਗ ਨੇ ਬਚਨ ਵਿਲਾਸ ਕੀਤੇ। ਅਖੀਰ ਵਿੱਚ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਵਾਪਸ ਚਲਾ ਗਿਆ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਗਮਨ ਕੀਤੇ ਨੇ, ਅੱਗੇ ਹੋਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਚੱਲੇ ਨੇ। ਇਹ ਤੋਂ ਤੱਕ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅਗਲਾ ਪ੍ਰਸੰਗ ਆਰੰਭ ਹੁੰਦਾ ਹੈ, ਮਨ ਚਿੱਤ ਬਿਰਤੀਆਂ ਇਕਾਗਰ ਕਰੀਏ।
ਸ਼ਰਧਾ ਭਾਵਨਾ ਦੇ ਨਾਲ ਆਉਣ ਵਾਲਾ ਗੁਰ ਇਤਿਹਾਸ ਸ਼੍ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਾਣੀ ਪ੍ਰਧਾਨੀ ਸੁਮਤ। ਅਗਲੀ ਸੰਤੋਖ ਸਿੰਘ ਜੀ ਅਧਿਆਇ ਦੀ ਆਰੰਭਤਾ ਦੇ ਉੱਪਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਮੰਗਲ ਕਰਦੇ ਨੇ। ਇਹ ਜੋ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਗੁਰਬਾਣੀ ਹੈ, ਇਹ ਸਾਰਿਆਂ ਪਦਾਰਥਾਂ ਨੂੰ ਦੇਣ ਵਿੱਚ ਸਮਰੱਥ ਹੈ, ਸਾਰਿਆਂ ਮਰਾਂ ਨੂੰ ਦੇਣ ਵਿੱਚ ਸਮਰੱਥ ਹੈ, ਔਰ ਸਭ ਤੋਂ ਖਾਸੀਅਤ ਹੈ ਜੋ ਇਹ ਸ੍ਰੇਸ਼ਟ ਮਤ ਪ੍ਰਾਪਤ ਕਰਵਾਉਂਦੀ ਹੈ। ਗੁਣ ਖਾਨੀ ਸੁਖ ਮੂਰ। ਇਹ ਗੁਣਾਂ ਦੀ ਖਾਣੀ ਹੈ ਤੇ ਸੁੱਖਾਂ ਦਾ ਮੁੱਢ ਹੈ। ਕਲਿਆਣੀ ਰਾਨੀ ਜਗਤ। ਕਲਿਆਣੀ ਰਾਨੀ ਜਗਤ ਮਾਨੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੀ ਇਹ ਗੁਰਬਾਣੀ ਹੈ ਨਾ, ਇਹ ਤਾਂ ਭਾਈ ਮੁਕਤੀ ਦੇਣ ਵਾਲੀ ਹੈ। ਜੋ ਪੜ੍ਹਦਾ ਹੈ ਉਹ ਮੁਕਤ ਹੁੰਦਾ ਹੈ। ਜਗਤ ਮਾਨੀ, ਇਹ ਜਗਤ ਨੂੰ ਪ੍ਰਕਾਸ਼ ਕਰਨ ਵਾਲੀ ਹੈ। ਜਿਹੜੇ ਅਗਿਆਨ ਦੇ ਹਨੇਰੇ ਵਿੱਚ ਫਸੇ ਹੋਏ ਲੋਕ ਨੇ, ਜੋ ਇਸ ਨੂੰ ਪੜ੍ਹਨ ਲੱਗ ਜਾਣ, ਉਹਨਾਂ ਦੇ ਜੀਵਨ ਰੋਸ਼ਨ ਹੋ ਜਾਂਦੇ ਨੇ। ਇਸ ਪ੍ਰਕਾਰ ਜਿਹੜੇ ਕਵੀ ਹਨ, ਸੰਸਾਰ ਤੇ ਜਿੰਨੇ ਵੀ ਕਵੀ ਨੇ, ਉਹ ਇਸ ਗੁਰਬਾਣੀ ਦਾ ਸਤਿਕਾਰ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਚਰਨ ਧੂੜ ਕਮਾਉਂਦੇ ਨੇ। ਸ੍ਰੀ ਬਾਲਾ ਸੰਦਰਬਾਚ। ਸੰਧੂ ਗੋਤ ਨਾਲ ਸੰਬੰਧ ਰੱਖਣ ਵਾਲੇ ਭਾਈ ਕਾਲਾ ਜੀ ਅਗਲਾ ਇਤਿਹਾਸ ਸੁਣਾਉਂਦੇ ਨੇ ਜੀ। ਸਾਬਲ ਛੰਦ ਚੱਲੇ ਫਿਰ ਆਕੇ ਤਿੱਖੇ ਪਾਪ ਭਾਗੈ। ਐਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਨਨਾਥ ਦੀ ਧਰਤੀ ਤੋਂ ਅੱਗੇ ਚੱਲੇ ਨੇ, ਜਿਨ੍ਹਾਂ ਨੂੰ ਵੇਖ ਕਰਕੇ ਸਾਰੇ ਹੀ ਪਾਪ ਦੌੜ ਜਾਂਦੇ ਨੇ। ਮਹਾਦਾਨ ਦਾਤਾ ਸਭੈ ਲੋਕ ਖਿਆਤਾ। ਸਭਾ ਲੋਕ ਖਿਆਤਾ, ਸਾਰਿਆਂ ਹੀ ਲੋਕਾਂ ਵਿੱਚ ਮਹਾਰਾਜ ਦੀ ਸੋਭਾ ਪ੍ਰਗਟ ਹੈ ਤੇ ਮਹਾਦਾਤਾ ਨੂੰ ਦਾਨ ਨੂੰ ਦੇਣ ਵਾਲੇ ਨੇ। ਸੁਬੈ ਸੰਗ ਦੋ ਵੱਡੇ ਭਾਗ ਦੋ। ਭਾਈ ਬਾਲਾ ਜੀ ਕਹਿੰਦੇ ਅਸੀਂ ਵੀ ਨਾਲ ਹੀ ਸੋਚਦੇ ਹਾਂ, ਭਾਈ ਸਾਡੇ ਵੀ ਬੜੇ ਵੱਡੇ ਭਾਗ ਨੇ ਜੋ ਸਤਿਗੁਰਾਂ ਦੀ ਸੰਗਤ ਮਿਲੀ ਹੈ। ਆਇਓ ਏਕ ਗ੍ਰਾਮੰ ਵਿਖਿਓ ਗਿਆਨ ਧਾਮੰ। ਗੁਰੂ ਨਾਨਕ ਦੇਵ ਜੀ ਜੋ ਗਿਆਨ ਦਾ ਘਰ ਹਨ, ਮਹਾਰਾਜ ਜੀਆਂ ਨੇ ਅੱਗੇ ਇੱਕ ਨਗਰ ਆਇਆ ਵੇਖਿਆ ਹੈ। ਤਹਾਂ ਬ੍ਰਿਛ ਕੇਰਾ ਤਹਾਂ ਕੀਨ ਡੇਰਾ। ਇੱਕ ਸੁੰਦਰ ਜਿਹਾ ਰੁੱਖ ਵੇਖ ਕਰਕੇ ਮਹਾਰਾਜ ਸੰਘਣੀ ਛਾਂ ਦੇ ਥੱਲੇ ਬਿਰਾਜ ਗਏ ਨੇ, ਉੱਥੇ ਬੈਠੇ ਨੇ ਜੀ। ਏਕੰ ਧੂਮ ਆਇਓ ਸ਼ੁਦਾ ਤੇ ਪਖਾਇਓ। ਭਾਈ ਬਾਲਾ ਜੀ ਕਹਿੰਦੇ ਇੰਨੇ ਕੁ ਸਮੇਂ ਤੋਂ ਇੱਕ ਮਰਾਸੀ ਸਾਡੇ ਕੋਲ ਚੱਲ ਕੇ ਆਇਆ ਹੈ, ਜੋ ਬਹੁਤਾ ਭੁੱਖਾ ਸੀ। ਕਹੇ ਬੈਨ ਐਸੇ ਲਿਖੋ ਭੁੱਖ ਜੈਸੇ। ਕਹਿਣ ਲੱਗਾ ਹੈ ਮਹਾਰਾਜ, ਮੇਰੇ ਬਚਨ ਸੁਣੋ, ਮੈਂ ਆਪ ਜੀਆਂ ਨੂੰ ਰਾਜਿਆਂ ਦੇ ਸਮਾਨ ਸਮਝਦਾ ਹਾਂ। ਕਛੂ ਦੇਹੋ ਪਿੱਛਾ ਕਰੋ ਪੂਰ ਇੱਛਾ। ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਹੈ, ਮੈਨੂੰ ਕੋਈ ਦਾਤ ਬਖਸ਼ੋ, ਕੋਈ ਦਾਨ ਦੇਵੋ ਜੀ। ਉਦਾਰੀ ਦੇ ਦਾਰੀ ਅਸੋਕੀ ਨਿਲਾਰੀ। ਮਹਾਰਾਜ ਆਪ ਜੀਆਂ ਦੇ ਜੋ ਦਰਸ਼ਨ ਹਨ, ਉਹ ਬੜੇ ਸਖੀ ਨੇ, ਬੜੇ ਵੱਡੇ ਨੇ। ਆਪ ਜੀਆਂ ਦਾ ਖਿੜਿਆ ਹੋਇਆ ਮੱਥਾ ਦਿਲ ਨੂੰ ਚੈਨ ਦਿੰਦਾ ਹੈ। ਸੁਣਿਓ ਸੁਣ ਬੈਨੰ ਦਇਆ ਬਾਣ ਨੈਨੰ। ਇਸ ਪ੍ਰਕਾਰ ਜਦੋਂ ਕੰਨਾਂ ਰਾਹੀਂ ਗੁਰੂ ਨਾਨਕ ਦੇਵ ਜੀਆਂ ਨੇ ਸੁਣਿਆ ਹੈ ਔਰ ਬੜੀ ਕਿਰਪਾ ਆਈ ਹੈ। ਦਿਵੈ ਰੂਪ ਸੋਭਾ ਕਵੀ ਜਿਤ ਲੋਭਾ। ਐਸੇ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਦੀ ਸੋਭਾ ਹੈ। ਕਵੀ ਜੀ ਕਹਿੰਦੇ ਲਿਖਣ ਵਾਲੇ, ਪੜ੍ਹਨ ਵਾਲੇ, ਸੁਣਨ ਵਾਲੇ ਸਤਿਗੁਰਾਂ ਤੇ ਸਾਰੇ ਹੀ ਲੁਭਾਏਮਾਨ ਹੁੰਦੇ ਨੇ। ਭਲੇ ਬੈਨ ਐਸੇ ਸੁਦਾ ਸਾਨ ਜੈਸੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਬੋਲੇ ਨੇ ਵਚਨ ਜਿਵੇਂ ਅੰਮ੍ਰਿਤ ਦੇ ਭਿੱਜੇ ਹੋਣ ਜੀ। ਜੋ ਹੈ ਮੂਲ ਸਾਖੀ ਤਹਾਂ ਦੇਖ ਆਖੀ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਪਿੱਤਰ, ਉਹ ਸਾਹਮਣੇ ਜੋ ਰੁੱਖ ਨਜ਼ਰ ਆਉਂਦਾ ਹੈ ਨਾ, ਉਸ ਦੇ ਕੋਲ ਜਾ ਕੇ ਵੇਖਣਾ ਕਰ। ਜੋ ਜਾਗੋ ਸੋ ਪਾਵੈ ਸੰਸੈ ਦੀ ਪਾਵੈ। ਬਿਨਾਂ ਸ਼ੰਕੇ ਤੋਂ ਉਸ ਰੁੱਖ ਦੇ ਕੋਲ ਜਾ,
ਜੋ ਵੀ ਤੇਰੇ ਮਨ ਦੀ ਇੱਛਾ ਹੋਵੇਗੀ ਉਹ ਪੂਰੀ ਹੋਵੇਗੀ। ਗਇਓ ਤੁਮ ਧਾਈ ਅਸ਼ਰਤੀ ਸੋ ਪਾਈ। ਗੁਰੂ ਨਾਨਕ ਦੇਵ ਜੀਆਂ ਦੇ ਕੋਲੋਂ ਉੱਠ ਕੇ ਉਹ ਪਰਾਸੀ ਦੌੜਿਆ ਤੇ ਰੁੱਖ ਕੋਲੇ ਜਾ ਕੇ ਜਦੋਂ ਵੇਖਿਆ ਇੱਕ ਸੋਨੇ ਦੀ ਮੋਹਰ ਪ੍ਰਾਪਤ ਹੋਈ ਹੈ। ਲਈ ਸੁਖ ਪਾਇਓ ਨਿਜਨ ਗ੍ਰਾਮ ਆਇਓ। ਮੋਹਰ ਨੂੰ ਆਪਣੇ ਹੱਥਾਂ ਵਿੱਚ ਪਕੜ ਕਰਕੇ ਬੜਾ ਸੁਖੀ ਹੋਇਆ ਹੈ ਤੇ ਆਪਣੇ ਨਗਰ ਵੱਲ ਆਇਆ ਹੈ। ਸਭੈ ਕੋ ਸੁਨਾਇਓ ਏਕ ਸੰਤ ਆਇਓ। ਸਾਰਿਆਂ ਨੂੰ ਉੱਚੀ ਉੱਚੀ ਬੋਲ ਕੇ ਨਾਲੇ ਉਹ ਮੋਹਰ ਵਿਖਾਉਂਦਾ ਹੈ ਤੇ ਨਾਲੇ ਦੱਸਦਾ ਹੈ ਕਿ ਨਗਰ ਤੋਂ ਬਾਹਰ ਇੱਕ ਸੰਤ ਆਇਆ ਹੈ। ਜੋ ਜਾਣੈ ਸੋ ਦੇਈ ਉਦਾਰਨ ਵਡੇਈ। ਜੋ ਵੀ ਆਪਣੀ ਇੱਛਾ ਹੁੰਦੀ ਹੈ ਉਸੇ ਪ੍ਰਕਾਰ ਉਹ ਦਾਤਾ ਦਿੰਦਾ ਪੂਰੇ ਖੁੱਲੇ ਦਿਲ ਵਾਲਾ ਹੈ। ਸੁਣਿਓ ਸੋਣ ਬੈਨੰ ਉਤੇ ਦੀਨ ਜਾਣੰ। ਜਦੋਂ ਨਗਰ ਦੇ ਲੋਕਾਂ ਨੇ ਕੰਨਾਂ ਵਿੱਚ ਐਸੇ ਵਚਨ ਸੁਣੇ ਨੇ ਜਿੰਨੇ ਵੀ ਗਰੀਬ ਗੁਰਦੇ ਸਾਰੇ ਹੀ ਸਤਿਗੁਰਾਂ ਵੱਲ ਦੌੜੇ ਨੇ। ਗਏ ਤਾਹੀ ਧਾਏ ਬਿਰਾਜੈ ਕੇ ਚਾਹੀ। ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜੇ ਹੋਏ ਨੇ ਇਹ ਸਾਰੇ ਨਗਰ ਦੇ ਗਰੀਬ ਦੌੜ ਕੇ ਪਹੁੰਚੇ ਨੇ। ਦੂਸਰਾ ਜੋ ਜੋ ਜਗ ਤੇ ਆਏ ਨਰ। ਜੋ ਵੀ ਇਸ਼ਾਰਾ ਲੈ ਕਰਕੇ ਸਤਿਗੁਰਾਂ ਦੇ ਕੋਲ ਆਏ ਨੇ। ਸੋ ਦੇਹ ਬਤਾਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਤਾਈਂ ਉਹੀ ਦੱਸਦੇ ਨੇ ਤੇ ਉਹ ਸਤਿਗੁਰਾਂ ਨੂੰ ਇਸ ਪ੍ਰਕਾਰ ਆਪਣੇ ਦੁੱਖਾਂ ਨੂੰ ਦੱਸਣ ਲੱਗੇ ਨੇ। ਕਹਿ ਸਥਾਨ ਕਹਿ ਤਰ ਤਰੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਅੱਧਿਆਂ ਨੂੰ ਇੱਧਰਲੀ ਦਿਸ਼ਾ ਵੱਲ ਅੱਧਿਆਂ ਨੂੰ ਉੱਧਰਲੀ ਦਿਸ਼ਾ ਵੱਲ ਰੁੱਖਾਂ ਦੇ ਵੱਲ ਭੇਜਿਆ ਹੈ। ਜਾਏ ਤਹਾਂ ਤੇ ਪਾਏ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਜੋ ਵੀ ਤੁਹਾਡੀ ਇੱਛਾ ਹੈ ਫਲਾਣੇ ਫਲਾਣੇ ਰੁੱਖਾਂ ਵੱਲ ਚਲੇ ਜਾਓ ਆਪ ਜੀਆਂ ਦੀ ਪੂਰਨ ਹੋਵੇਗੀ। ਸਾਵਲ ਛੰਦ ਦਸਨ ਦੇਸ ਫੈਲਾ ਅਮੰਕੰ ਕਟੈਲਾ। ਗੁਰੂ ਨਾਨਕ ਦੇਵ ਜੀਆਂ ਦਾ ਜਿਹੜਾ ਇਸ ਪ੍ਰਕਾਰ ਜਸ ਹੈ ਵਡਿਆਈ ਹੈ ਚੰਦਰਮੇ ਦੀ ਚਾਂਦਨੀ ਵਾਂਗ ਫੈਲੀ ਹੈ। ਮਹਾ ਸੰਤ ਰੂਰਾ ਹਵੈ ਬੈਨ ਪੂਰਾ। ਲੋਕ ਕਹਿੰਦੇ ਨੇ ਕਿ ਐਸਾ ਪੂਰਨ ਸੰਤ ਆਇਆ ਹੈ ਜਿਸ ਦੇ ਵਚਨ ਵੀ ਪੂਰੇ ਹੁੰਦੇ ਨੇ। ਬੜਾ ਦੀਨ ਦਾਨੀ ਨਾ ਕੋ ਸਮਾਨੀ। ਬੜੇ ਖੁੱਲੇ ਦਿਲ ਦਾ ਮਾਲਕ ਹੈ ਇਹਦੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਸੁਣੈ ਲੋਕ ਜੋ ਦੇਖੈ ਧਾਏ ਸੋ। ਜਿਹੜੇ ਵੀ ਲੋਕ ਨਗਰ ਦੇ ਸਤਿਗੁਰਾਂ ਦੀ ਵਡਿਆਈ ਸੁਣਦੇ ਨੇ ਤੇ ਸਤਿਗੁਰਾਂ ਵੱਲ ਦੌੜਦੇ ਨੇ। ਜਪੈ ਜਾਏ ਫੇਰੈ ਕਰੈ ਚਿਤ ਜੀਰੈ। ਜਦੋਂ ਵੀ ਸਤਿਗੁਰਾਂ ਦੇ ਜਾ ਕੇ ਦਰਸ਼ਨ ਕਰਦੇ ਨੇ ਆਪਣਿਆਂ ਮਨਾਂ ਨੂੰ ਸਤਿਗੁਰਾਂ ਦੇ ਚੇਲੇ ਬਣਾ ਲੈਂਦੇ ਨੇ ਜੀ। ਭਈ ਭੀੜ ਭਾਰੀ ਨਮੋ ਕਹਿ ਨਿਹਾਰੀ। ਇਸ ਪ੍ਰਕਾਰ ਉੱਥੇ ਬੜੀ ਭਾਰੀ ਭੀੜ ਲੱਗੀ ਹੈ ਤੇ ਸਤਿਗੁਰਾਂ ਨੂੰ ਨਮਸਕਾਰਾਂ ਹੋ ਰਹੀਆਂ ਨੇ। ਕਰਮ ਜੋੜ ਦੋ ਭਨੇ ਪੈਨ ਸੋ। ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦਾ ਹੀ ਵਚਨ ਕਹਿੰਦੇ ਨੇ। ਨਿਜਨ ਜੋ ਪਦੇਸਾ ਕਰੋ ਸਾਤ ਦੇਸਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਵੀ ਆਪ ਜੀਆਂ ਦਾ ਉਪਦੇਸ਼ ਹੈ ਸਾਨੂੰ ਬਖਸ਼ਿਸ਼ ਕਰੋ ਜੀ। ਤੀਰਥ ਹੀ ਔਰ ਬਿਮਲ ਹੋਏ। ਇਸ ਪ੍ਰਕਾਰ ਸਤਿਗੁਰਾਂ ਦਾ ਸੁੰਦਰ ਮੁਖ ਵੇਖ ਕਰਕੇ ਹੀ ਜਿਹੜੇ ਹਿਰਦੇ ਉਹ ਉਜਲ ਹੋ ਰਹੇ ਨੇ। ਗੁਰ ਦਰਸ਼ਨ ਪ੍ਰਤਾਪ। ਐਸੇ ਗੁਰੂ ਦੇ ਦਰਸ਼ਨਾਂ ਦਾ ਸੁੰਦਰ ਪ੍ਰਤਾਪ ਹੈ। ਨਿਮਰ ਭਾਈ ਉਪਦੇਸ਼ ਲੈ। ਇਸ ਪ੍ਰਕਾਰ ਸਤਿਗੁਰਾਂ ਤੋਂ ਸਿੱਖੀ ਦਾ ਉਪਦੇਸ਼ ਲੈ ਕਰਕੇ ਸਾਰੇ ਹੀ ਨਿਮਰਤਾ ਵਿੱਚ ਆਏ ਨੇ। ਜਹਤ ਨਿਕੰਦਨ ਪਾਪ। ਮਨ ਦੇ ਅੰਦਰ ਚਾਹੁੰਦੇ ਨੇ ਜੋ ਜੀਵਨ ਅੰਦਰ ਅਸੀਂ ਪਾਪ ਕਮਾਏ ਨੇ ਉਹ ਸਾਰੇ ਹੀ ਕੱਟੇ ਜਾਣ ਜੀ। ਸਾਵਲ ਛੰਦ ਸੁਣੀ ਦੀਨਤਾਈ ਦਇਆ ਢੇਰ ਆਈ। ਗੁਰੂ ਨਾਨਕ ਦੇਵ ਜੀਆਂ ਨੇ ਐਸੇ ਉਹਨਾਂ ਦੇ ਵਚਨ ਸੁਣੇ ਨੇ ਕਿ ਮਹਾਰਾਜ ਸਾਡੇ ਸਾਰੇ ਹੀ ਜਿਹੜੇ ਪਾਪ ਉਹ ਨਾਸ਼ ਹੋ ਜਾਣ। ਇਹ ਸੁਣ ਕਰਕੇ ਗੁਰੂ ਨਾਨਕ ਦੇਵ ਜੀ ਦਇਆ ਵਿੱਚ ਆਏ ਨੇ। ਕਲਮ ਕਾਂਚ ਨੈਣਾ ਭਨੇ ਸਾਰ ਬੈਨਾ।
ਸੰਤ ਸੇਵਾ ਜਪੋ ਨਾਮ ਦੇਵਾ। ਮਹਾਰਾਜ ਕਹਿੰਦੇ ਵੀ ਸਤ ਸੰਗਤ ਦੇ ਵਿੱਚ ਜਾਇਆ ਕਰੋ ਤੇ ਨਾਮ ਜਪਣ ਵਾਲਿਆਂ ਦੀ ਸੇਵਾ ਕਰਿਆ ਕਰੋ ਜੀ। ਹਿਰਦੇ ਭਾਵ ਧਾਰੋ ਵਿਕਾਰਨ ਵਿਵਾਰੋ। ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਨੂੰ ਧਾਰਨ ਕਰੋ। ਜੀਵਨ ਦੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਤਿਆਗ ਦੇਵੋ, ਛੱਡ ਦੇਵੋ। ਚੇਤਨ ਕਾਲ ਕੀਜੈ ਦਿਨੰ ਦੇਹ ਸੀਜੈ। ਤੇ ਇੱਕ ਗੱਲ ਸਾਡੀ ਯਾਦ ਰੱਖਿਓ, ਮੌਤ ਨੂੰ ਹਮੇਸ਼ਾ ਚੇਤੇ ਰੱਖਿਓ ਤੇ ਇਹ ਗੱਲ ਹਰ ਰੋਜ਼ ਸੋਚਦੇ ਰਹੋ ਕਿ ਜਿਹੜਾ ਸਰੀਰ ਇਹ ਨਾਸ਼ਵੰਤ ਹੈ, ਹੌਲੀ ਹੌਲੀ ਇਹ ਮੌਤ ਵੱਲ ਆਏ ਦਿਨ ਵੱਧਦਾ ਹੈ। ਪਦਮ ਕੰਗ ਪਖਾਰੇ ਸੁਖੰ ਦੇਨ ਬਾਰੇ। ਇਹਦਾ ਗੁਰੂ ਨਾਨਕ ਦੇਵ ਜੀਆਂ ਦੇ ਜਿਹੜੇ ਚਰਨ ਹਨ ਉਹ ਠੰਡੇ ਜਲ ਨਾਲ ਧੋਤੇ ਨੇ। ਲਏ ਹੱਥ ਵਾਲਾ ਦਏ ਕਹਿ ਨਿਹਾਲਾ। ਭਾਈ ਬਾਲਾ ਜੀਆਂ ਨੇ ਹੱਥਾਂ ਦੇ ਵਿੱਚ ਲੈ ਕਰਕੇ ਜਲ ਨੂੰ ਸਾਰਿਆਂ ਨੂੰ ਸਤਿਗੁਰਾਂ ਦੀ ਚਰਨ ਪੌੜ ਛਕਾਈ ਹੈ। ਭਾਏ ਸਿੱਖ ਸੂ ਵੱਡੇ ਭਾਗ ਜੋ। ਕਵੀ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਦੇ ਵੱਡੇ ਭਾਗ ਸਨ ਉਹੀ ਗੁਰੂ ਦੇ ਸਿੱਖ ਬਣੇ ਨੇ। ਤੋਟਕ ਚੰਦ ਇਸ ਦੇਸ਼ ਨਰੇਸ਼ ਸੁਣਿਓ ਸ਼ਰਵਣੰ। ਤੇ ਜਦੋਂ ਉਸ ਦੇਸ਼ ਦੇ ਰਾਜੇ ਨੇ ਇਸ ਪ੍ਰਕਾਰ ਸਤਿਗੁਰਾਂ ਦੇ ਆਉਣ ਦੀ ਮਹਿਮਾ ਸੁਣੀ ਹੈ। ਸਤ ਸੰਤ ਸਰੂਪ ਆਇਓ ਰਵਣੰ। ਤੇ ਮਨ ਹੀ ਮਨ ਵਿੱਚ ਸੋਚਦਾ ਹੈ ਕਿ ਸੰਤ ਸਰੂਪ ਸਾਡੇ ਨਗਰ ਦੇ ਬਾਹਰ ਬਾਹਰ ਆਏ ਨੇ। ਗਤ ਦਾ ਬਲਵਾਨ ਵਿਸ਼ਾਲ ਕਲਾ। ਤੇ ਸੁਣਿਆ ਹੈ ਕਿ ਭਾਰੀ ਸ਼ਕਤੀ ਦਾ ਮਾਲਕ ਹੈ। ਮਨ ਭਾਈਆਂ ਜਿਹੜੀਆਂ ਵਸਤੂਆਂ ਪਦਾਰਥ ਦਿੰਦਾ ਹੈ। ਅਵਲੋਕਤ ਲੋਚਨ ਭੂਤ ਭਲਾ। ਤੇ ਜੇਕਰ ਐਸੇ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ ਤੇ ਮੇਰਾ ਵੀ ਭਲਾ ਹੋਵੇਗਾ। ਤਤ ਭੇਟਨ ਕੋ ਪਟ ਭੇਟ ਲਈ। ਬੜੀ ਛੇਤੀ ਦੇ ਨਾਲ ਕੁਝ ਵਸਤਰ ਲਾਏ ਨੇ, ਕੱਪੜੇ ਲਾਏ ਨੇ ਜੋ ਸਤਿਗੁਰਾਂ ਨੂੰ ਭੇਟਾ ਕਰਨੇ ਨੇ। ਘਾਟ ਕੋਪਟ ਘਾਟ ਕੇ ਤ੍ਰੈਟ ਭਾਈ। ਤੇ ਮਨ ਵਿੱਚ ਸੋਚਦਾ ਹੈ ਕਿ ਜੋ ਮੇਰੀ ਮੱਤ ਉੱਪਰ ਅਗਿਆਨਤਾ ਵਿਕਾਰਾਂ ਦਾ ਪਰਦਾ ਪਿਆ ਹੈ ਨਾ, ਇਹ ਸਾਰਾ ਪਰਦਾ ਪਾਟ ਜਾਵੇ। ਪਟ ਭੀੜ ਲੈ ਜਲ ਆਏ ਤਹਾਂ। ਆਪਣੀ ਭਾਰੀ ਸੈਨਾ ਦੀ ਭੀੜ ਲੈ ਕਰਕੇ ਗੁਰੂ ਨਾਨਕ ਦੇਵ ਜੀਆਂ ਵੱਲ ਆਇਆ ਹੈ। ਅਰਵਿੰਦ ਵਿਲੋਚਨ ਬੈਸ ਜਹਾਂ। ਜਿੱਥੇ ਕਬਲ ਸ਼ਰੀਕੇ ਮੁਖ ਵਾਲੇ ਬੈਠੇ ਸਨ ਉੱਥੇ ਆ ਕੇ ਦਰਸ਼ਨ ਕੀਤੇ ਨੇ। ਕਰ ਬੰਦ ਕਰੀ ਪਦ ਬੰਧਨ ਤਾ। ਸਤਿਗੁਰਾਂ ਦੇ ਚਰਨਾਂ ਉੱਪਰ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਜਗ ਸੋ ਮੁਖ ਦੇਖ ਆਨੰਦ ਬਤਾ। ਐਸੇ ਆਨੰਦਮਈ ਸਰੂਪ ਨੂੰ ਵੇਖ ਕਰਕੇ ਬੜਾ ਆਨੰਦ ਪੈਦਾ ਹੋਇਆ ਹੈ। ਪਨ ਆਨਨ ਬੀਨਤ ਦੀਨ ਮਨੰ। ਤੇ ਆਪਣੇ ਮੁਖ ਤੋਂ ਇਸ ਪ੍ਰਕਾਰ ਬੇਨਤੀਆਂ ਕਰਦਾ ਹੈ। ਉਪਕਾਰ ਕੇ ਹੇਤ ਧਰਿਓ ਸੋ ਤਨੰ। ਕਿ ਮਹਾਰਾਜ ਆਪ ਜੀ ਤਾਂ ਬੜੇ ਪਰਉਪਕਾਰੀ ਹੋ, ਪਰਉਪਕਾਰੀ ਆਪ ਜੀਆਂ ਨੇ ਸੁਭਾਅ ਔਰ ਸਰੀਰ ਧਾਰਨ ਕੀਤਾ ਹੈ। ਉਪਦੇਸ਼ ਦਿਜੈ ਨਿਜ ਸਿੱਖ ਕਰੋ। ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਉਪਦੇਸ਼ ਦੇਵੋ ਤੇ ਆਪਣਾ ਸਿੱਖ ਬਣਾਵੋ ਜੀ। ਪਵ ਬੰਦ ਮੇ ਅੰਤਨ ਮੈਲ ਹਰੋ। ਜੋ ਸੰਸਾਰ ਦੇ ਰਸਾਂ ਕਸਾਂ ਔਰ ਵਿਕਾਰਾਂ ਦੀ ਮੇਰੇ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ ਉਹ ਲਾ ਦੇਵੋ। ਸੰਕੀਰਤ ਕੋ ਸਰਦਾ ਧਰਕੈ। ਇਸ ਪ੍ਰਕਾਰ ਸੰਕੀਰਤ ਕੋ ਮਹਾਰਾਜ ਆਪ ਜੀਆਂ ਦੀ ਵਡਿਆਈ ਸੁਣ ਕਰਕੇ ਔਰ ਸ਼ਰਧਾ ਧਾਰਨ ਕਰਕੇ। ਭਗਵਾਨ ਕਹੇ ਜਮਤੇ ਕਰਕੇ। ਮਹਾਰਾਜ ਆਪਣੀ ਮੌਤ ਤੋਂ ਡਰਦਾ ਹੋਇਆ, ਜਮਾਂ ਦੇ ਭੈ ਤੋਂ ਡਰਦਾ ਹੋਇਆ, ਨਰਕ ਤੋਂ ਡਰਦਾ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਸੁਣਗੇ ਸੁਖਦਾਨ ਭਨੇ ਬਚਨਾ। ਗੁਰੂ ਨਾਨਕ ਦੇਵ ਜੀਆਂ ਨੇ ਰਾਜੇ ਦੀਆਂ ਬੇਨਤੀਆਂ ਸੁਣ ਕਰਕੇ ਬੋਲੇ ਨੇ। ਜਿਰਨੇ ਕਰਤ ਦੇਵਨ ਕੀ ਰਚਨਾ। ਜਿਸ ਗੁਰੂ ਨਾਨਕ ਦੀਆਂ ਬੋਲਾਂ ਦੇ ਵਿੱਚ ਮੁਕਤੀ ਦੇਣ ਦੀ ਰਚਨਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ। ਮਹਾਰਾਜ ਕਹਿੰਦੇ ਹੈ ਰਾਜਾ ਭਾਵੇਂ ਜਿੰਨਾ ਮਰਜ਼ੀ ਜੀਵਨ ਅੰਦਰ ਸੁੱਖ ਆ ਜਾਵੇ, ਜਿੰਨਾ ਮਰਜ਼ੀ ਭਾਵੇਂ ਜੀਵਨ ਅੰਦਰ ਦੁੱਖ ਆ ਜਾਵੇ, ਹਮੇਸ਼ਾ ਪਰਮੇਸ਼ਰ ਦਾ ਨਾਮ ਜਪੋ ਜੀ।
ਸਤ ਸੰਗਤ ਪ੍ਰੀਤ ਹਿਰਦੈ ਨਾ ਤਜੋ ਤੇ ਜਿਹੜੀ ਸਤ ਸੰਗਤ ਕਰਨੀ ਆ ਨਾ, ਇਹ ਬੜੇ ਪ੍ਰੇਮ ਦੇ ਨਾਲ ਕਰੋ। ਇਹਨੂੰ ਕਦੇ ਵੀ ਇਸ ਪ੍ਰਕਾਰ ਆਪਣੇ ਹਿਰਦੇ ਵਿੱਚੋਂ ਛੱਡੋ ਨਾ। ਤਨ ਮਾਨਸ ਲਾਲ ਅਮੋਲ ਭਲਾ ਇਹ ਜਾਣ ਲਵੋ ਕਿ ਮਾਨਸ ਜਨਮ ਦੁਲੱਭ ਹੈ, ਹੋਏ ਨਾ ਬਾਰੋ ਬਾਰ। ਇਹ ਜਿਹੜਾ ਇਹ ਮਨੁੱਖਾ ਸਰੀਰ ਹੈ, ਇਹ ਬੜਾ ਔਖਾ ਪ੍ਰਾਪਤ ਹੋਇਆ ਹੈ। ਕੋ ਨਾ ਕਰੋ ਬਦਲਾ ਤੇ ਵਿਕਾਰਾਂ ਰੂਪੀ ਵਿਸ਼ਿਆਂ ਰੂਪੀ ਕੌਡੀਆਂ ਦੇ ਵਿੱਚ ਇਸ ਨੂੰ ਨਾ ਗਵਾਵੋ ਜੀ। ਸਤ ਸੰਗਤ ਸੇਵ ਪਦਾਰਥ ਜੋ ਤੇ ਜਿਹੜੀ ਸਤ ਸੰਗਤ ਹੈ ਨਾ, ਸਤ ਸੰਗਤ ਕਰਨੀ, ਸਤ ਸੰਗਤ ਦੀ ਸੇਵਾ ਕਰਨੀ, ਇਹਦੇ ਵਿੱਚੋਂ ਹੀ ਸਾਰੇ ਸੰਸਾਰ ਦੇ ਪਦਾਰਥ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਤਨ ਦੇਵ ਕਰੋ ਨਿਜ ਸਵਾਰਥ ਜੋ ਤੇ ਜਿਹੜਾ ਆਪਣਾ ਸਰੀਰ ਹੈ, ਇਹ ਧਰਮ ਦੀਆਂ ਕਰਮਾਂ ਵਿੱਚ ਲਾ ਦੇਵੋ ਜੀ। ਭਜੰਗ ਪਰਿਆਪ ਛੰਦ ਕਰੋ ਸੰਤ ਸੰਗਮ ਚਰਨ ਕਾਲ ਹੀਤਾ ਇਸ ਪ੍ਰਕਾਰ ਰਹਿੰਦੇ ਜੀਵਨ ਤੱਕ ਸਤ ਸੰਗਤ ਹਰ ਰੋਜ਼ ਕਰੋ। ਹਿਰਦਾ ਸਤ ਹੋਵੇ ਭਜੋ ਨਾਮ ਸਵੇਤਾ ਜਦੋਂ ਪਰਮੇਸ਼ਰ ਦਾ ਨਾਮ ਜਪੋਗੇ ਨਾ, ਆਪ ਜੀਆਂ ਦਾ ਜਿਹੜਾ ਹਿਰਦਾ ਸ਼ੁੱਧ ਹੋ ਜਾਵੇਗਾ। ਕਦੇ ਬੈਨ ਐਸੇ ਪਦਮ ਧੋਏ ਦੀਨੀ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਬਚਨ ਕੀਤੇ ਔਰ ਚਰਨ ਪਾਉ ਦਿੱਤੀ ਹੈ। ਕਰੀ ਧਰਮਸ਼ਾਲਮ ਭਲੀ ਰੀਤ ਜੀਨੀ ਉਸ ਨਗਰ ਦੇ ਅੰਦਰ ਸਤ ਸੰਗਤ ਦੀ ਭਲੀ ਰੀਤ ਮਰਿਆਦਾ ਸਤਿਗੁਰਾਂ ਨੇ ਚਲਾਈ ਹੈ। ਕਿਤੇ ਦਿਵਸ ਪਾਸੇ ਚਲੇ ਔਰ ਦੇਸਾ ਕੁਝ ਕੁ ਦਿਨ ਰਹਿ ਕਰਕੇ ਮਹਾਰਾਜ ਅਗਲੇ ਦੇਸ਼ ਵੱਲ ਚੱਲੇ ਨੇ। ਕਲੀ ਕਾਲ ਕੇ ਤਾਰਦੇ ਜਾਹੇ ਬੇਸਾ ਇਸ ਪ੍ਰਕਾਰ ਮਹਾਰਾਜ ਜੀਆਂ ਨੇ ਆਪਣਾ ਸਰੀਰ ਜੋ ਕਲਯੁਗ ਦੇ ਸਮੇਂ ਦੇ ਵਿੱਚ ਭਿਆਨਕ ਵਿਕਾਰਾਂ ਵਿੱਚ ਫਸੇ ਹੋਏ ਲੋਕ ਨੇ, ਉਹਨਾਂ ਨੂੰ ਤਾਰਨ ਵਾਸਤੇ ਧਾਰਿਆ ਹੈ। ਲੈ ਸੰਗ ਮੁਖ ਚਲੇ ਜਾਹੇ ਤਿਨੋ ਭਾਈ ਬਾਲਾ ਜੀ ਕਹਿੰਦੇ ਸਾਨੂੰ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਸੀਂ ਤਿੰਨੇ ਹੀ ਇਸ ਪ੍ਰਕਾਰ ਅੱਗੇ ਚੱਲੇ ਹਾਂ। ਅਗਮ ਕੰਪ ਭਾਰੋ ਛਿਤੰ ਹੀਨ ਕੀਨੋ ਇਸ ਪ੍ਰਕਾਰ ਜਿਸ ਨਗਰ ਦੇ ਵਿੱਚ ਭਾਰੀ ਦੰਭ ਪਖੰਡ ਹੋ ਰਿਹਾ ਹੈ, ਮਹਾਰਾਜ ਉਸ ਨੂੰ ਪੜ ਵਿੱਚ ਨਾਸ਼ ਕਰਨ ਲਈ ਗਏ ਨੇ। ਲੋਟਕ ਛੰਦ ਇਹ ਨਾਮ ਮੁਨਾਫਿਕ ਦੇਸ ਹੈ। ਜਿਸ ਦੇਸ਼ ਦਾ ਨਾਮ ਮੁਨਾਫਿਕ ਹੈ, ਮਹਾਰਾਜ ਉੱਥੇ ਪਹੁੰਚੇ ਨੇ। ਹਰ ਨਾਮ ਬਹੀਨਾ ਅਧੀਨ ਰਹੈ ਜਿੱਥੋਂ ਦੇ ਲੋਕ ਨਾਮ ਤੋਂ ਹੀਣੇ ਹਨ। ਸਤ ਸੰਗਤ ਰੀਤ ਨਾ ਕਾਨ ਸੁਣੀ ਤੇ ਸਤ ਸੰਗਤ ਕੀ ਹੁੰਦੀ ਹੈ, ਪਰਮੇਸ਼ਰ ਦਾ ਨਾਮ ਕੀ ਹੈ, ਪਰਮੇਸ਼ਰ ਕੀ ਹੈ, ਇਹ ਗੱਲਾਂ ਤਾਂ ਉਹਨਾਂ ਨੇ ਕਦੇ ਸੁਣੀਆਂ ਹੀ ਨਹੀਂ। ਸਭ ਮੂਰਖ ਮਾਨਵ ਕੋ ਨਾ ਗੁਨੀ ਮਹਾਰਾਜ ਕਹਿੰਦੇ ਨੇ ਕਿ ਸਾਰੇ ਹੀ ਜਿਹੜੇ ਉਸ ਨਗਰ ਦੇ ਲੋਕ ਹਨ ਨਾ, ਮਨਾਸਕ ਨਗਰ ਦੇ, ਉਹ ਸਾਰੇ ਹੀ ਨਾਮ ਤੋਂ ਬਿਨਾਂ ਮੂਰਖ ਹਨ, ਕੋਈ ਵੀ ਗੁਣੀ ਗਿਆਨੀ ਨਹੀਂ ਹੈ। ਕਰਤਾਰ ਨਾ ਜਾਣਹਿ ਕੌਣ ਕਹਾਂ ਤੇ ਜਾਣਦੇ ਹੀ ਨਹੀਂ ਪਰਮੇਸ਼ਰ ਕੀ ਹੈ, ਕਿੱਥੇ ਵਸਾ ਹੈ। ਕਰ ਕਾਜ ਰਜੇ ਤਮ ਮੁਹ ਮਹਾ ਉਸ ਨਗਰ ਦੇ ਲੋਕ ਬਸ ਘਰ ਦਿਆਂ ਕੰਮਾਂ ਵਿੱਚ ਹੀ ਰਜੇ ਹੋਏ ਨੇ। ਭਗਤਿ ਬਿਨਾ ਭੂਲ ਭਵਾਰ ਪਰੇ ਇਸ ਪ੍ਰਕਾਰ ਭਗਤੀ ਤੋਂ ਬਿਨਾਂ ਉਹ ਭੁੱਲੇ ਹੋਏ ਨੇ, ਗਵਾਚੇ ਹੋਏ ਨੇ। ਨਾ ਮੂਰਖ ਚੀਨ ਨਾ ਨਾਮ ਹਰੇ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਕਦੇ ਵੀ ਜਪਦੇ ਨਹੀਂ, ਜਾਣਦੇ ਨਹੀਂ ਪਰਮੇਸ਼ਰ ਕੀ ਹੈ, ਇਸ ਲਈ ਵਾਰ-ਵਾਰ ਜਪਦੇ, ਵਾਰ-ਵਾਰ ਮਰਦੇ ਨੇ। ਕਰਨਾ ਕਰ ਫੇਰ ਭਈ ਕਰਨਾ ਐਸੇ ਭੋਲਿਆਂ ਲੋਕਾਂ ਦੇ ਰੂਪਾਂ ਨੂੰ ਵੇਖ ਕਰਕੇ, ਐਸੇ ਭੋਲਿਆਂ ਲੋਕਾਂ ਦੇ ਸੁਭਾਅ ਨੂੰ ਵੇਖ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਹਿਰਦੇ ਅੰਦਰ ਬੜੀ ਕਿਰਪਾ ਆਈ ਹੈ। ਇਸ ਦੇਸ ਨਾ ਕੀਰਤ ਆਚਰਨਾ ਇਸ ਦੇਸ਼ ਦੇ ਅੰਦਰ ਨਾ ਤਾਂ ਪਰਮੇਸ਼ਰ ਦੀ ਵਡਿਆਈ ਹੈ, ਨਾਮ ਜਪਿਆ ਜਾਂਦਾ ਹੈ, ਤੇ ਨਾ ਹੀ ਲੋਕਾਂ ਦਾ ਇਸ ਪ੍ਰਕਾਰ ਨਾਮ ਤੋਂ ਬਿਨਾਂ ਚੰਗਾ ਸੁਭਾਅ ਹੈ। ਪਰ ਲੋਕ ਹੈ ਕੀ ਸੁਖ ਏਕ ਨਹੀਂ ਇਹ ਜਾਣਦੇ ਨਹੀਂ ਪਰਲੋਕ ਕੀ ਹੁੰਦਾ ਹੈ। ਸਭ ਨਾਨਕ ਜਾਵਤੇ ਦੁਖ ਸਹੀ ਇਸ ਲਈ ਵਾਰ-ਵਾਰ ਜਪਦੇ ਤੇ ਨਰਕਾਂ ਨੂੰ ਜਾਂਦੇ ਦੁੱਖ ਪਾਉਂਦੇ ਨੇ। ਇੱਕ ਏਕ ਕਿਤਾਬ
ਕਿਸਾਨ ਦਾ ਖੇਤ ਵੇਖਿਆ ਹੈ। ਗੁਰ ਬੈਠ ਗਏ ਤਕ ਤਾਹੇ ਜਹਾਂ। ਮਹਾਰਾਜ ਇੱਕ ਖੇਤ ਦੇ ਅੰਦਰ ਵਿਰਾਜ ਗਏ ਨੇ। ਦੇਖਾਂ ਕਰ ਕੀਦਨ ਘੁੰਮ ਗਿਓ। ਕੁਝ ਕੁ ਲੱਕੜਾਂ ਇਕੱਠੀਆਂ ਕਰ ਕਰਕੇ ਮਹਾਰਾਜ ਜੀਆਂ ਨੇ ਅਗਨੀ ਪ੍ਰਗਟ ਕੀਤੀ, ਅੱਗ ਮਚਾਈ ਔਰ ਧੂੰਆਂ ਕੀਤਾ ਹੈ। ਦਰਵੇਸ਼ ਸੋ ਬੇਸ ਸਰੀਰ ਲਿਓ। ਗੁਰੂ ਨਾਨਕ ਦੇਵ ਜੀਆਂ ਨੇ ਧੂੰਆਂ ਲਾਇਆ ਹੈ, ਕਿਉਂਕਿ ਉਸ ਸਮੇਂ ਮਹਾਰਾਜ ਜੀਆਂ ਨੇ ਉਦਾਸੀਆਂ ਵਾਲਾ ਦਰਵੇਸ਼ਾਂ ਵਾਲਾ ਲਿਬਾਸ ਪਹਿਨਿਆ ਹੈ ਜੀ। ਤਿਸ ਦੇਸ ਕੋ ਰੀਤ ਉਤੀ ਜੋ ਸੁਨੋ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਉਸ ਦੇਸ਼ ਦੇ ਜਿਹੜੇ ਲੋਕ ਸਨ, ਉਹਨਾਂ ਦੇ ਕੈਸੇ ਸੁਭਾਅ, ਕੈਸੀ ਰਹਿਣੀ ਸਹਿਣੀ ਕਹਿਣੀ ਬਹਿਣੀ ਸੀ, ਤੇ ਉਹ ਆਪ ਜੀਆਂ ਨੂੰ ਦੱਸਦੇ ਹਾਂ, ਸੁਣੋ ਜੀ। ਚਿਤ ਪਾਲਕ ਪੂਜੇ ਰਾਮ ਮਨੋ। ਜਿਹੜੇ ਨਗਰ ਦੇ ਲੋਕ ਸਨ, ਉਹ ਰੱਬ ਦਾ ਨਾਮ ਪਰਮੇਸ਼ਰ ਬਾਰੇ ਤਾਂ ਜਾਣਦੇ ਹੀ ਨਹੀਂ ਸਨ। ਜਿਹੜਾ ਉਸ ਨਗਰ ਦਾ ਮੁਖੀਆ ਸੀ, ਰਾਜਾ ਸੀ, ਉਸ ਦੀ ਪੂਜਾ ਕਰਦੇ ਸੀ। ਬਰਖਾ ਜਬ ਚਾਹੇ ਖੇਤ ਹਿਤਮ। ਤੇ ਜਦੋਂ ਆਪਣੀਆਂ ਫਸਲਾਂ ਵਾਸਤੇ, ਆਪਣੀਆਂ ਪੈੜੀਆਂ ਵਾਸਤੇ ਉਹਨਾਂ ਨੂੰ ਬਰਸਾਤ ਦੀ ਮੀਂਹ ਦੀ ਲੋੜ ਹੁੰਦੀ ਸੀ। ਸਭ ਜਾਚ ਕੇ ਜਾਏ ਜਹਾਂ ਨਿਰਪਤਮ। ਤੇ ਸਾਰੇ ਜਾ ਕਰਕੇ ਰਾਜੇ ਦੇ ਕੋਲ ਪਹੁੰਚਦੇ ਸਨ ਜੀ। ਮੁਖ ਜਾਪ ਸੁਰੇਸ਼ ਨਰੇਸ਼ ਤੇ ਕਰੈ। ਜਿਹੜਾ ਉਸ ਨਗਰ ਦਾ ਰਾਜਾ ਸੀ, ਉਸ ਨੇ ਇੰਦਰ ਦਾ ਇੱਕ ਮੰਤਰ ਸਿੱਧ ਕੀਤਾ ਹੋਇਆ ਸੀ। ਜਬ ਮੰਤਰ ਪੜੈ ਬਰਖਾ ਸੋ ਪਰੈ। ਜਦੋਂ ਵੀ ਉਹ ਰਾਜਾ ਧਿਆਨ ਧਰ ਕੇ ਇੰਦਰ ਦੇਵਤੇ ਦਾ ਮੰਤਰ ਪੜ੍ਹਦਾ ਸੀ, ਉਹਦੀ ਪੂਜਾ ਕਰਦਾ ਸੀ, ਉਦੋਂ ਹੀ ਬਰਸਾਤ ਹੋ ਜਾਂਦੀ ਸੀ। ਕਿਸ ਕਾਰਜ ਹੋਏ ਨਿਭਾਵੇ ਅਸੰਗ। ਤੇ ਜਿਹੜੇ ਕਿਸਾਨਾਂ ਦੇ ਕਾਰਜ ਸਨ, ਫਸਲਾਂ ਨੂੰ ਲੈ ਕਰਕੇ ਸਾਰੇ ਪੂਰੇ ਹੁੰਦੇ ਸਨ। ਬਿਨ ਭੂਪ ਲਖੈ ਨਹਿ ਔਰ ਕਿਸਮ। ਤੇ ਬਿਨਾਂ ਆਪਣੇ ਨਗਰ ਦੇ ਰਾਜੇ ਤੋਂ ਕਿਸੇ ਹੋਰ ਨੂੰ ਜਾਣਦੇ ਨਹੀਂ ਸੀ। ਜਿਸ ਬਾਸੁਰ ਤੇ ਗੁਰ ਬੈਠ ਗਏ। ਤੇ ਜਿਸ ਦਿਨ ਤੋਂ ਉਸ ਨਗਰ ਦੇ ਨਜ਼ਦੀਕ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ। ਤਾਪ ਲੈ ਜਲ ਮੇਘ ਨਾ ਫੇਰ ਪਾਏ। ਤੇ ਉਸ ਦਿਨ ਤੋਂ ਉਸ ਨਗਰ ਦੇ ਅੰਦਰ ਕਦੇ ਵੀ ਬਰਸਾਤ ਨਹੀਂ ਹੋਈ। ਕੈਸ ਸੂਖ ਚਲੀ ਬਿਨ ਨੀਰ ਜਪੈ। ਜਦੋਂ ਕਿਸਾਨਾਂ ਨੇ ਆਪਣੀ ਸੁੱਕਦੀ ਹੋਈ ਖੇਤੀ ਵੇਖੀ ਹੈ। ਸਭ ਲੋਕ ਗਏ ਨਿਰਪ ਪਾਸ ਤਪੈ। ਸਾਰੇ ਇਕੱਠੇ ਹੋ ਕਰਕੇ ਪਹਿਲਾਂ ਵਾਂਗੂ ਆਪਣੇ ਰਾਜੇ ਦੇ ਕੋਲ ਗਏ ਨੇ। ਬਰਖਾ ਬਿਨ ਸੂਕਤ ਖੇਤ ਹਰੇ। ਤੇ ਕਹਿਣ ਲੱਗੇ ਨੇ, ਰਾਜਾ ਬਰਸਾਤ ਨਹੀਂ ਹੋਈ, ਸਾਰੇ ਖੇਤ ਸੁੱਕ ਰਹੇ ਨੇ। ਕਹੋ ਬਾਕ ਧਰਾ ਪਰ ਮੀਂਹ ਪਰੇ। ਆਪ ਜੀ ਕਿਰਪਾ ਕਰਕੇ ਪਹਿਲਾਂ ਵਾਂਗੂ ਮੰਤਰ ਪੜੋ ਤਾਂ ਜੋ ਬਰਸਾਤ ਹੋਵੇ। ਸੁਣ ਭੂਪ ਉਚਾਰਨ ਮੰਤਰ ਕੀਓ। ਇਸ ਪ੍ਰਕਾਰ ਰਾਜੇ ਨੇ ਸੁਣ ਕਰਕੇ ਧਿਆਨ ਧਾਰਿਆ ਹੈ ਔਰ ਇੰਦਰ ਦੇ ਮੰਤਰ ਪੜਨ ਲੱਗਾ ਹੈ। ਕਹਿ ਪੈਨ ਰਹਿਓ ਨਹਿ ਮੀਂਹ ਪਇਓ। ਬੜੇ ਭਾਰੀ ਬਚਨ ਪੜ ਲਏ, ਬੜੇ ਭਾਰੀ ਮੰਤਰ ਪੜ ਲਏ, ਪਰ ਬਰਸਾਤ ਨਾ ਹੋਈ। ਕਰ ਤੀਸਰ ਬਾਸੁਰ ਫੇਰ ਗਏ। ਉਸ ਦਿਨ ਸਾਰੇ ਕਿਸਾਨ ਮੁੜ ਆਏ। ਇੱਕ ਦਿਨ ਛੱਡ ਕੇ ਫਿਰ ਅਗਲੇ ਦਿਨ, ਤੀਜੇ ਦਿਨ ਫੇਰ ਰਾਜੇ ਕੋਲ ਪਹੁੰਚੇ ਨੇ। ਸਭ ਲੋਕ ਚਾਹੇ ਨਹੀਂ ਮੀਂਹ ਪਏ। ਇਹ ਰਾਜਾ ਸਾਰੇ ਕਿਸਾਨ ਬਰਸਾਤ ਚਾਹੁੰਦੇ ਨੇ, ਪਰ ਬਰਸਾਤ ਕਿਉਂ ਨਹੀਂ ਹੁੰਦੀ। ਉਪਚਾਰਨ ਕੂਪ ਨਦੀ ਜਲ ਕੋ। ਰਾਜਾ ਤੂੰ ਜਾਣਦਾ ਹੈ, ਆਪਣਿਆਂ ਖੇਤਾਂ ਦੇ ਵਿੱਚ ਕੋਈ ਵੀ ਪਾਣੀ ਦਾ ਸੋਮਾ ਨਹੀਂ, ਨਾ ਤਾਂ ਕੋਈ ਖੂਹ ਹੈ ਤੇ ਨਾ ਹੀ ਕੋਈ ਖੇਤਾਂ ਦੇ ਕੋਲ ਨਦੀ ਨਹਿਰ ਵਹਿੰਦੀ ਹੈ। ਨਿਤ ਆਸ ਆਕਾਸ਼ ਮਹੀ ਤਲ ਕੋ। ਆਪਣੀ ਤਾਂ ਸਾਰੀ ਜਿਹੜੀ ਆਸ ਉਹ ਆਕਾਸ਼ ਦੇ ਵਿੱਚ ਹੀ, ਬੱਦਲਾਂ ਦੇ ਵਿੱਚ ਰਹਿੰਦੀ ਹੈ ਕਿ ਕਦੋਂ ਬੱਦਲ ਆਉਣ, ਕਦੋਂ ਬਰਸਾਤ ਹੋਵੇ ਜੀ। ਸੁਣ ਭੂਪ ਕਹੇ ਨਹਿ ਚਿੰਤ ਕਰੋ। ਤੇ ਰਾਜਾ ਸੁਣ ਕਰਕੇ ਕਹਿਣ ਲੱਗਾ ਹੈ, ਕਿਸਾਨੋ ਰਤੀ ਭਰ ਵੀ ਚਿੰਤਾ ਨਾ ਕਰੋ। ਬਰਖਾ ਬਰਖੈ ਔਰ ਧੀਰ ਧਰੋ। ਕਿ ਛੇਤੀ ਹੀ ਬਰਸਾਤ ਹੋਵੇਗੀ, ਆਪ ਜੀ ਹੌਸਲਾ ਰੱਖੋ। ਤਬ ਮਾਨਵ ਜੋ ਨਿਜ ਐਨ ਗਏ। ਇਸ ਪ੍ਰਕਾਰ ਜਿੰਨੇ ਵੀ ਮਨੁੱਖ ਰਾਜੇ ਦੇ ਦਰਬਾਰ ਵਿੱਚ ਗਏ ਸਨ, ਮਨ ਦਇਓਸ ਛਿਕ ਸਾਤ ਬਤੀਤ ਭਏ। ਇਸ ਪ੍ਰਕਾਰ ਸਾਰੇ ਹੀ ਵਾਪਸ ਆਪਣੇ ਨਗਰ ਵਿੱਚ ਆਏ ਨੇ।
ਜਦੋਂ 6-7 ਦਿਨ ਬਤੀਤ ਹੋ ਗਏ ਨੇ ਬਹੁ ਬਾਰ ਰਾਤ ਰਜਿਓ ਅਗਮ ਅਗਵਾ ਤੇ ਰਾਜੇ ਨੇ ਬੜੇ ਮੰਤਰ ਪੜ੍ਹ ਲਏ ਨੇ, ਬੜੀ ਪੂਜਾ ਕਰ ਲਈ ਹੈ। ਲਿਪਤੇ ਨਹਿ ਬੂੰਦ ਪਰੇ ਲਗਵਾ ਬਰਸਾਤ ਤਾਂ ਕੀ ਹੋਣੀ ਸੀ, ਅਸਮਾਨਾਂ ਦੇ ਵਿੱਚੋਂ ਇੱਕ ਵੀ ਬੂੰਦ ਧਰਤੀ ਤੇ ਨਹੀਂ ਡਿੱਗੀ। ਔਰ ਵੀਰ ਕਰਾ ਨਰਜਿਤ ਕਹੇ ਤੇ ਲੋਕਾਂ ਕਿਸਾਨਾਂ ਨੇ ਆਪਣੇ ਹੌਸਲੇ ਛੱਡ ਦਿੱਤੇ, ਬੜੇ ਦੁਖੀ ਹੋਏ ਨੇ। ਗ੍ਰਹਿ ਸੁਖ ਚੱਲੇ ਨਾ ਉਪਾਵ ਅਹੇ ਤੇ ਖੇਤੀ ਸੁੱਕਦੀ ਜਾਂਦੀ ਹੈ, ਕੋਈ ਵੀ ਪਾਣੀ ਦਾ ਉਪਾਵ ਨਹੀਂ ਹੁੰਦਾ। ਜਹ ਖੇਤ ਸਮੀਪ ਗੁਰੂ ਬੰਦਾ ਇਸ ਪ੍ਰਕਾਰ ਜਿੱਥੇ ਪਰਾਂ ਨੂੰ ਦੇਣ ਵਾਲੇ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚ ਵਿਰਾਜੇ ਨੇ। ਤਹ ਮਾਲਕ ਆਏ ਗੁਰੂ ਸਦਾ ਤੇ ਉਸ ਖੇਤੀ ਦਾ ਮਾਲਕ ਜਦੋਂ ਕਿਸਾਨ ਆਪਣੀ ਸੁੱਕਦੀ ਖੇਤੀ ਨੂੰ ਵੇਖਣ ਵਾਸਤੇ ਖੇਤਾਂ ਵਿੱਚ ਆਇਆ ਹੈ ਧਨ ਕੀ ਲਖ ਕੈ ਗੁਰਬੈਨ ਭਨਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਕਿਸਾਨ ਨੂੰ ਵੇਖ ਕਰਕੇ ਆਵਾਜ਼ ਮਾਰਦੇ ਨੇ। ਜਤ ਮੈਂ ਬਹੁ ਚਿੰਤ ਭਇਓ ਬਿਮਨਮ ਤੇ ਕਹਿੰਦੇ ਨੇ ਕਿ ਇਹ ਕਿਸਾਨ ਭਾਈ ਕਿਉਂ ਚਿੱਤ ਵਿੱਚ ਦੁਖੀ ਹੈ। ਕਹੋ ਕਾਰਨ ਕੌਣ ਤੁਮੈ ਦੁਖ ਕੋ ਤੇਰੇ ਦੁੱਖ ਦਾ ਕਾਰਨ ਕੀ ਹੈ, ਸਾਨੂੰ ਦੱਸਣਾ ਕਰ। ਜਲ ਕੀਨ ਦੇਖੋ ਨਾ ਖੁਸ਼ੀ ਮੁਖ ਕੋ ਤੂੰ ਦਿਲ ਦੇ ਵਿੱਚ ਬੜਾ ਦੁਖੀ ਲੱਗਦਾ ਹੈ, ਤੇਰੇ ਮੁਖ ਉੱਪਰ ਰਤੀ ਭਰ ਵੀ ਖੁਸ਼ੀ ਨਹੀਂ ਹੈ। ਸੁਣ ਸੰਤ ਕਹੋ ਬੇਤਾ ਮਨ ਕੀ ਤੇ ਕਹਿਣ ਲੱਗਾ ਹੈ ਸੰਤ ਜੀ ਆਪ ਜੀਆਂ ਨੂੰ ਆਪਣੇ ਦੁਖੀ ਹੋਣ ਦੀ ਸਾਰੀ ਵਾਰਤਾਲਾਪ ਦੱਸਦਾ ਹਾਂ। ਸਤ ਅਸਤ ਜੀਅ ਜਗ ਜੀਵਨ ਕੀ ਬਸ ਹੁਣ ਤਾਂ ਏਦਾਂ ਲੱਗਦਾ ਹੈ ਕਿ ਖੇਤੀ ਸਾਰੀ ਸੜ ਜਾਵੇਗੀ, ਧੁੱਪ ਦੇ ਨਾਲ ਇੱਕ ਵੀ ਦਾਣਾ ਪ੍ਰਾਪਤ ਨਹੀਂ ਹੋਵੇਗਾ ਤੇ ਭੁੱਖੇ ਹੀ ਮਰ ਜਾਵਾਂਗੇ, ਜੀਵਨ ਲੀਲਾ ਖਤਮ ਹੋ ਜਾਵੇਗੀ। ਬਰਖਾ ਨਾ ਪਰੇ ਤੁਰ ਪਿਛ ਪਰਾ ਮਹਾਰਾਜ ਸਾਡੇ ਨਗਰ ਦੇ ਵਿੱਚ ਇਸ ਵਾਰ ਵਰਖਾ ਨਹੀਂ ਹੋਈ, ਕਾਲ ਪਿਆ ਹੈ। ਕਰੈਕਟ ਸੁਖ ਚਲੀ ਬਿਨ ਨੀਰ ਧਰਾ ਮਹਾਰਾਜ ਦੇਖੋ ਜਲ ਤੋਂ ਬਿਨਾਂ ਸਾਰੀ ਹੀ ਖੇਤੀ ਸੁੱਕ ਰਹੀ ਹੈ। ਜਤ ਭੂਪ ਪ੍ਰਜਾ ਸਭ ਚਿੰਤ ਕਰੈ ਮਹਾਰਾਜ ਸਾਡੇ ਨਗਰ ਦਾ ਰਾਜਾ ਔਰ ਉਹਦੀ ਸਾਰੀ ਪ੍ਰਜਾ ਚਿੰਤ ਚਿੱਤ ਦੇ ਵਿੱਚ ਦੁਖੀ ਹੈ। ਮਹਿ ਪਾਏ ਉਪਾਏ ਜੇ ਤੀਰ ਧਰੈ ਮਹਾਰਾਜ ਕੋਈ ਵੀ ਉਪਾਅ ਐਸਾ ਨਹੀਂ ਹੁੰਦਾ ਕਿ ਤੋਂ ਵੀ ਬਰਸਾਤ ਨਹੀਂ ਹੁੰਦੀ ਜੋ ਹੌਸਲਾ ਆਵੇ। ਕਹੇ ਸ੍ਰੀ ਗੁਰ ਪੂਰਬ ਕੌਣ ਬਿਕਮ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪਹਿਲਾਂ ਕਿੰਨਾ ਵਿਧੀਆਂ ਦੇ ਨਾਲ ਜੰਦੇ ਕਰਕੇ ਜਲ ਧਾਰ ਅਗਮ ਕਿਵੇਂ ਕਿਵੇਂ ਵਰਖਾ ਹੁੰਦੀ ਸੀ, ਕਿਵੇਂ ਤੁਹਾਡੇ ਖੇਤਾਂ ਨੂੰ ਪਾਣੀ ਲੱਗਦਾ ਸੀ। ਸਣ ਸੰਤ ਹੋ ਆਦ ਭਾਲ ਕਹੇ ਕਹਿਣ ਲੱਗਾ ਇਹ ਸੰਤ ਜੀ ਜੋ ਸਾਡੇ ਨਗਰ ਦਾ ਰਾਜਾ ਹੈ। ਵਰਖਾ ਸੋ ਪਰੈ ਜਬ ਚਾਹ ਅਹੇ ਉਹ ਜਦੋਂ ਵੀ ਚਾਹੁੰਦਾ ਸੀ ਉਦੋਂ ਹੀ ਵਰਖਾ ਹੋ ਜਾਂਦੀ ਸੀ। ਬਹੁ ਵਾਰ ਕਹਿਓ ਅਬ ਨਾਹੇ ਪਰੈ ਤੇ ਮਹਾਰਾਜ ਉਹਦੇ ਕੋਲ ਅਸੀਂ ਹੁਣ ਬੜੀ ਵਾਰ ਜਾ ਆਏ ਹਾਂ, ਉਹਨੇ ਬੜੇ ਮੰਤਰ ਤੰਤਰ ਪੜ੍ਹ ਲਏ ਨੇ, ਪਰ ਇਸ ਵਾਰ ਵਰਖਾ ਨਾ ਹੋਈ। ਕਮਰੀਤ ਭਾਈ ਨਹਿ ਬੈਨ ਪੁਰੈ ਮਹਾਰਾਜ ਇਸ ਪ੍ਰਕਾਰ ਇਸ ਵਾਰੀ ਤਾਂ ਸਾਰੀ ਉਲਟੀ ਰੀਤੀ ਹੋ ਰਹੀ ਹੈ। ਲਾਗਰੀਤ ਗੁਰੀਤ ਬਣੀ ਗੋਚਤੀ ਇਸ ਪ੍ਰਕਾਰ ਜੋ ਸਾਡੇ ਰਾਜਾ ਹੈ ਉਹਦੇ ਬਚਨ ਸਾਰੇ ਉਲਟ ਜਾਪਦੇ ਨੇ। ਸਤਪਾਲ ਨਾ ਆਨਨ ਕਾਂਤ ਰਤੀ ਤੇ ਸਾਡੇ ਜੋ ਰਾਜਾ ਹੈ ਉਹਦੇ ਵੀ ਮੁਖ ਤੋਂ ਸੋਭਾ ਉੱਡ ਗਈ ਹੈ, ਉਹਦੇ ਵੀ ਮੁਖ ਤੇ ਰਤੀ ਪਰ ਖੁਸ਼ੀ ਨਹੀਂ ਹੈ। ਗੁਰਬਾਗ ਕਹੇ ਕਰਤਾਰ ਭਜੋ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹੈ ਕਿਸਾਨ ਭਾਈ ਪਰਮੇਸ਼ਰ ਜੋ ਕਰਤਾਰ ਹੈ ਉਸ ਦਾ ਨਾਮ ਜਪੋ। ਛਿਤ ਪਾਲਕ ਕੀ ਸਰਦਾ ਸੁਤ ਜੋ ਤੇ ਜੋ ਆਪ ਜੀਆਂ ਦੇ ਮਨਾਂ ਅੰਦਰ ਆਪਣੇ ਰਾਜੇ ਦੀ ਸ਼ਰਧਾ ਹੈ ਉਸ ਨੂੰ ਛੱਡ ਦੇਵੋ। ਰਾਜੇ ਉੱਪਰੋਂ ਸ਼ਰਧਾ ਤੋੜ ਕਰਕੇ ਕਰਤਾਰ ਵਾਹਿਗੁਰੂ ਉੱਪਰ ਸ਼ਰਧਾ ਰੱਖੋ ਜੀ। ਬਹੁ ਵਾਰ ਪਰੇ ਧਰ ਮਿਲੋ ਤੇ ਮਹਾ ਜਿੰਨੀ ਵਾਰ ਤੁਸੀਂ ਚਾਹੋਗੇ ਉਹਦਾ ਨਾਮ ਜਪ ਕੇ ਅਰਦਾਸ ਕਰੋਗੇ ਉਦੋਂ ਹੀ ਬਰਸਾਤ ਹੋਇਆ ਕਰੇਗੀ। ਆਤਮ ਹੋਵਗੇ ਅੰਨ ਜਿਤੋ ਜੇ ਚਾਹਾ ਤੇ ਜਿੰਨਾ ਤੁਸੀਂ ਚਾਹੁੰਦੇ ਹੋ ਉਨਾ ਹੀ ਅਨਾਜ ਉਗਿਆ ਕਰੇਗਾ। ਕਰਤਾਰ ਸੁਖ ਤਨ ਧਮ
ਕਹਾਂ। ਉਹ ਭੋਲਾ ਕਿਸਾਨ ਕਹਿਣ ਲੱਗਾ ਜੀ ਇਹ ਕਰਤਾਰ ਕੌਣ ਹੈ ਤੇ ਇਹਦਾ ਘਰ ਕਿੱਥੇ ਹੈ? ਨਹਿ ਕਾਰ ਸੁਣਿਓ ਨਹਿ ਨੈਣ ਲਹਾ। ਨਾ ਤਾਂ ਮਹਾਰਾਜ ਇਹਨਾਂ ਕੰਨਾਂ ਨੇ ਅੱਜ ਤੱਕ ਕਰਤਾਰ ਨਾਮ ਸੁਣਿਆ ਹੈ ਤੇ ਮਹਾਰਾਜ ਨਾ ਹੀ ਉਸ ਨੂੰ ਵੇਖਿਆ ਹੈ। ਇਸ ਦੇਸ ਕਪੈ ਨਹਿ ਆਏ ਰਹਾ। ਤੇ ਨਾ ਹੀ ਮਹਾਰਾਜ ਜਿਸ ਕਰਤਾਰ ਦਾ ਤੁਸੀਂ ਨਾਮ ਜਪਣ ਨੂੰ ਕਹਿੰਦੇ ਹੋ ਉਹ ਸਾਡੇ ਨਗਰ ਵਿੱਚ ਆਇਆ ਹੈ। ਨਹਿ ਦਾਨ ਕਿਸੂ ਤਹਿ ਦੀਨ ਆਹਾ। ਮਹਾਰਾਜ ਨਾ ਹੀ ਉਹਨੇ ਕਦੇ ਆ ਕੇ ਇੱਥੋਂ ਦੀਆਂ ਗਰੀਬਾਂ ਤਾਈਂ ਦਾਨ ਦਿੱਤਾ ਹੈ। ਸਾਡਾ ਰਾਜਾ ਤਾਂ ਸਾਨੂੰ ਦਾਨ ਦਿੰਦਾ ਹੈ। ਵੇਖੇ ਮੌਕਾ ਸ੍ਰੀ ਪ੍ਰਭੂ ਬੈਣ ਕਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸਾਨ ਦੀਆਂ ਭੋਲੀਆਂ ਗੱਲਾਂ ਸੁਣ ਕਰਕੇ ਹੱਸਣ ਲੱਗੇ ਤੇ ਕਹਿਣ ਲੱਗੇ ਨੇ ਸਬਦੀ ਘਾਟ ਪੂਰਨ ਵਿਆਪਰਹਾ। ਕਿ ਜਿਸ ਕਰਤਾਰ ਵਾਹਿਗੁਰੂ ਦੀ ਅਸੀਂ ਗੱਲ ਕਰਦੇ ਹਾਂ ਉਹ ਸਾਰਿਆਂ ਸ਼ਰੀਰਾਂ ਵਿੱਚ ਬੈਠਾ ਹੈ। ਸਿਮਰੇ ਔਰ ਹਾਜ਼ਰ ਭੂਤ ਸਦਾ। ਤੇ ਜੋ ਉਹਦਾ ਨਾਮ ਸਿਮਰਦੇ ਨੇ ਫਿਰ ਉਹਨਾਂ ਕੋਲ ਉਹ ਪ੍ਰਗਟ ਹੋ ਜਾਂਦਾ, ਪ੍ਰਤੱਖ ਆਉਂਦਾ ਹੈ। ਭਗਵੰਤ ਅਨੰਤ ਨ ਆਏ ਕਦਾ। ਇਸ ਪ੍ਰਕਾਰ ਭਗਵੰਤ ਅਨੰਤ ਨ ਆਏ ਕਦਾ, ਉਹ ਕਦੇ ਵੀ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਪਾਵੜੀ ਚੰਦ ਜੋ ਜੜ ਜੰਗਮ ਕੋ ਦੇਤ ਦਾਨ। ਇਹ ਕਿਸਾਨ ਜਿਹੜਾ ਜੜ੍ਹਾਂ ਨੂੰ ਜੜ ਜੀਵ ਨੇ ਜਿਹੜੇ ਇਸ ਪ੍ਰਕਾਰ ਪਹਾੜ ਨੇ, ਪੱਥਰ ਨੇ, ਪੌਦੇ ਨੇ ਉਹਨਾਂ ਤਾਈਂ ਔਰ ਜਿਹੜੇ ਜੰਗਮ ਤੁਰਨ ਫਿਰਨ ਵਾਲੇ ਜੀਵ ਜੰਤੂ ਇਨਸਾਨ ਹਨ ਉਹਨਾਂ ਸਾਰਿਆਂ ਤਾਈਂ ਉਹ ਰੋਜ਼ੀ ਦਿੰਦਾ ਹੈ। ਜਨ ਦੇਵ ਤੈਤ ਜੰਜ ਮਹਾਨ। ਜਿਸ ਦੇ ਕੋਲੋਂ ਬੜੇ ਮਹਾਨ ਦੇਵਤੇ ਔਰ ਦੈਤ ਮੰਗਦੇ ਨੇ। ਬ੍ਰਹਮੰਡ ਖੰਡ ਜਿਨ ਸਿਰਜ ਦੀਨ। ਜਿਹਨੇ ਖੰਡ ਬ੍ਰਹਮੰਡ ਬਣਾਏ ਨੇ। ਤਹਿ ਸਿਮਰ ਹੋਏ ਸਭ ਕਸ਼ਟ ਛੀਨ। ਉਸ ਦਾ ਨਾਮ ਸਿਮਰਨ ਦੇ ਨਾਲ ਸਾਰੇ ਹੀ ਦੁੱਖ ਨਾਸ਼ ਹੁੰਦੇ ਨੇ। ਭਜ ਨਾਮ ਤਾਹੇ ਬਾਕਾ ਸੁਧਏ। ਇਸ ਲਈ ਉਸ ਕਰਤਾਰ ਪਰਮੇਸ਼ਰ ਦਾ ਨਾਮ ਜਪੋ ਫਿਰ ਵਰਖਾ ਹੋਵੇਗੀ। ਅਨਕੂਟ ਅੰਨ ਸੁਖ ਸਾਰ ਲਏ। ਤੇ ਨਾ ਹੀ ਕਦੇ ਤੁਹਾਨੂੰ ਅੰਨ ਦੀ ਲੋੜ ਆਵੇਗੀ। ਆਪ ਜੀਆਂ ਦੇ ਸੁਖ ਸਾਂਦ ਮਿਲਦਾ ਰਹੇਗਾ। ਸੋਨ ਕ੍ਰਿਸ਼ਕਾਰ ਤਬ ਕਹਿਤ ਬੈਨ। ਤੇ ਸੁਣ ਕਰਕੇ ਭੋਲਾ ਕਿਸਾਨ ਕਹਿਣ ਲੱਗਾ ਹੈ ਕਿਸਕੀ ਪਛਾਨ ਇਸ ਦੇਸ ਹੈ ਨਾ। ਮਹਾਰਾਜ ਅਸੀਂ ਤਾਂ ਉਸ ਕਰਤਾਰ ਨੂੰ ਪਹਿਚਾਣਦੇ ਨਹੀਂ, ਉਹ ਕਿੱਥੇ ਰਹਿੰਦਾ ਹੈ। ਅਬ ਹੀ ਸੁਨਾ ਤੁਮ ਮੁਖ ਦੁਆਰ। ਮਹਾਰਾਜ ਪਹਿਲੀ ਵਾਰੀ ਉਹਦੇ ਵਾਰ ਆਪ ਜੀਆਂ ਦੇ ਕੋਲੋਂ ਸੁਣਿਆ ਹੈ। ਆਗੇ ਆਇਆ ਕਿਨਹੂ ਉਚਾਰ। ਪਹਿਲਾਂ ਸਾਨੂੰ ਉਸ ਕਰਤਾਰ ਵਾਹਿਗੁਰੂ ਬਾਰੇ ਕਿਸੇ ਨੇ ਨਹੀਂ ਦੱਸਿਆ। ਤਹਿ ਮੁਖ ਦਿਖਾਓ ਨਿਜ ਨੈਣ ਦੇਖ। ਮਹਾਰਾਜ ਆਪ ਦੀ ਕਿਰਪਾ ਕਰਕੇ ਉਸ ਕਰਤਾਰ ਨੂੰ ਵਿਖਾ ਦੇਵੋ ਫਿਰ ਸੱਚ ਆਵੇਗਾ। ਸਿਮਰਨ ਕਰੋ ਨਿਸ ਨੈਣ ਸੇਖ। ਫਿਰ ਮਹਾਰਾਜ ਉਹਦਾ ਅਸੀਂ ਦਿਨ ਰਾਤ ਸਿਮਰਨ ਵੀ ਕਰ ਲਵਾਂਗੇ, ਇਹਨੂੰ ਵੇਖਤਾ ਲਈਏ। ਗੁਰ ਕਹੈ ਨਾ ਦੇਖਿਓ ਜਾਇ ਸੋਏ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨੇ ਕਿਸਾਨ ਉਹ ਏਦਾਂ ਦਿਖਾਈ ਨਹੀਂ ਦਿੰਦਾ। ਸਿਮਰਨ ਕਰੋ ਇਛ ਪੂਰ ਹੋਏ। ਆਪ ਜੀ ਉਹਦਾ ਸਿਮਰਨ ਕਰੋ, ਉਹਦੇ ਸਿਮਰਨ ਕਰਨ ਦੇ ਨਾਲ ਤੁਹਾਡੀਆਂ ਇਛਾਵਾਂ ਪੂਰਨ ਹੋਣਗੀਆਂ। ਕੁਦਰਤੀ ਸੰਗ ਜਾਣਿਓ ਸੋ ਜਾਏ। ਉਹਦਾ ਬਸ ਕੁਦਰਤ ਦੀਆਂ ਸੌਮਿਆਂ ਦੇ ਵਿੱਚੋਂ ਦਿਖਾਈ ਦਿੰਦਾ ਹੈ। ਜਿਵੇਂ ਫੁੱਲਾਂ ਦੀ ਖੁਸ਼ਬੂ ਵਿੱਚੋਂ ਦਿਖਾਈ ਦਿੰਦਾ ਹੈ, ਜਿਵੇਂ ਵਗਦੀ ਹਵਾ ਮਹਿਸੂਸ ਹੁੰਦੀ ਹੈ ਏਦਾਂ ਦਿਖਾਈ ਦਿੰਦਾ ਹੈ। ਜਿਵੇਂ ਫਲਾਂ ਦੀ ਮਿਠਾਸ ਵਿੱਚੋਂ ਦਿਖਾਈ ਦਿੰਦਾ ਹੈ, ਅਸਮਾਨ ਵਿੱਚ ਉੱਡਦੇ ਪੰਛੀਆਂ ਵਿੱਚੋਂ ਦਿਖਾਈ ਦਿੰਦਾ ਹੈ, ਪੱਥਰਾਂ ਵਿੱਚ ਜਲਦੇ ਵਿੱਚ ਵਸਦੇ ਜਿਉਂਦੇ ਜੀਵਾਂ ਵਿੱਚੋਂ ਦਿਖਾਈ ਦਿੰਦਾ ਹੈ। ਏਦਾਂ ਮਹਾਰਾਜ ਕਹਿੰਦੇ ਉਹ ਕੁਦਰਤ ਵਿੱਚੋਂ ਦਿਖਾਈ ਦਿੰਦਾ ਹੈ ਜੀ। ਨਹਿ ਆਪਨ ਆਪ ਕਿਸਨੂੰ ਲਿਖਾਏ। ਤੇ ਆਪਣਾ ਆਪਾ ਉਹ ਕਿਸੇ ਤਾਈਂ ਪ੍ਰਗਟ ਹੋ ਕੇ ਨਹੀਂ ਦਿਖਾਉਂਦਾ। ਨਾਨਕ ਕਹੈ ਤੇ ਦੇਖਿਓ ਨਿਜ ਨਾ ਨੈਣਾ। ਕਹਿਣ ਲੱਗਾ ਮਹਾਰਾਜ ਜਿੰਨਾ ਸਮਾਂ ਅੱਖਾਂ ਨਾਲ ਨਹੀਂ ਵੇਖਦੇ। ਕਿਸ ਪਾਸ ਕਹੋ ਜਾਚਨ ਸੋ ਬੈਨ। ਤੇ ਮਹਾਰਾਜ ਅਸੀਂ ਕਿਸੇ ਕੋਲੋਂ ਕਿਵੇਂ ਮੰਗ ਸਕਦੇ ਹਾਂ ਜਿਸ ਨੂੰ ਕਦੇ ਵੇਖਿਆ ਹੀ ਨਹੀਂ, ਜਾਣਦੇ ਨਹੀਂ। ਜਾਣੋ ਨਾ ਕੁਦਰਤੀ ਕੌਣ ਹੋਏ।
ਕੁਦਰਤ ਦੇ ਬਾਰੇ ਜਾਣਦੇ ਹਾਂ, ਤੁਸੀਂ ਕਹਿੰਦੇ ਉਹ ਕੁਦਰਤ ਵਿੱਚੋਂ ਦਿਖਾਈ ਦਿੰਦਾ ਹੈ, ਤੇ ਸਾਨੂੰ ਤਾਂ ਕੁਦਰਤ ਦੇ ਬਾਰੇ ਕੋਈ ਭੇਦ ਨਹੀਂ, ਪਤਾ ਨਹੀਂ। ਸੱਚ ਪਤਾ ਦੇਵੋ ਹੋ ਲੱਖ ਬਸੋਏ। ਮਹਾਰਾਜ ਕੁਝ ਤਾਂ ਉਹਦੇ ਬਾਰੇ ਦੱਸੋ ਜੋ ਯਕੀਨ ਆਵੇ। ਤੂੰ ਜਾਏ ਧਾਮ ਲਾਗਲ ਜੇ ਆਣ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਕਿਸਾਨ ਏਦਾਂ ਕਰ, ਆਪਣੇ ਘਰੇ ਜਾ ਤੇ ਘਰੋਂ ਜਾ ਕੇ ਹਲ ਲੈ ਕੇ ਆਵੋ। ਅਬ ਬਾਬੋ ਬੂਬ ਛਿਤ ਬੈਨ ਮਾਨ। ਤੇ ਸਾਡੇ ਬਚਨਾਂ ਨੂੰ ਮਨ ਕਰਕੇ ਆਪਣੇ ਹਲਾਂ ਦੇ ਨਾਲ ਆਪਣੀ ਖੇਤੀ ਨੂੰ ਵਾਹੁਣਾ ਕਰੋ। ਜਬ ਲੁਕੇ ਖੇਤ ਪੁਨ ਪੱਕ ਜਾਏ। ਤੇ ਜਦੋਂ ਤੁਹਾਡੇ ਬੀਜੇ ਹੋਏ ਬੀਜ ਉੱਗਣਗੇ ਤੇ ਪੱਕ ਜਾਵਣਗੇ, ਤਬ ਲਖੋ ਕੁਦਰਤੀ ਹੋਏ ਕਾਏ। ਤੇ ਫਿਰ ਆਪ ਜੀਆਂ ਨੂੰ ਉਸ ਕੁਦਰਤ ਦੇ ਵਿੱਚੋਂ ਪਰਮੇਸ਼ਰ ਦਾ ਅਹਿਸਾਸ ਹੋਵੇ। ਕਿਉਂਕਿ ਤੁਹਾਡਾ ਕੰਮ ਹੈ ਬੀਜ ਬੀਜਣਾ, ਤੇ ਬੀਜ ਉੱਗਣਾ ਨਾ ਉੱਗਣਾ ਇਹ ਪਰਮੇਸ਼ਰ ਦੀ ਮਰਜ਼ੀ ਹੈ। ਤੇ ਜੇਕਰ ਉੱਗ ਵੀ ਪਵੇ ਤੇ ਉਸ ਪੌਦੇ ਨੂੰ ਫਲ ਲੱਗਣਾ ਨਾ ਲੱਗਣਾ ਇਹ ਵੀ ਪਰਮੇਸ਼ਰ ਦੀ ਮਰਜ਼ੀ ਹੈ। ਇਹ ਤੁਹਾਡੇ ਹੱਥ ਨਹੀਂ, ਕਿਸਾਨ ਦਾ ਕੰਮ ਹੈ ਬੀਜ ਹੱਥ ਵਿੱਚ ਫੜ ਕੇ ਇਸ ਪ੍ਰਕਾਰ ਆਪਣੀ ਜ਼ਮੀਨ ਨੂੰ ਵਾਹ ਕਰਕੇ ਉਸ ਵਿੱਚ ਬੀਜ ਦੇਣਾ, ਤੇ ਉਸ ਦਾ ਉੱਗਣ ਦਾ, ਉਸ ਨੂੰ ਝਾੜ ਪੈਣਾ ਜਾਂ ਫਲ ਦੇ ਅੰਦਰ ਮਿਠਾਸ ਪੈਦਾ ਹੋਣੀ, ਇਹ ਸਾਰਾ ਕੁਝ ਹੀ ਪਰਮੇਸ਼ਰ ਦੇ ਹੱਥ ਹੈ। ਗੁਰੂ ਦੇ ਬਚਨਾਂ ਨੂੰ ਮੰਨਦਾ ਹੋਇਆ ਯਕੀਨ ਕਰਦਾ ਆਪਣੇ ਘਰ ਵੱਲ ਚੱਲਿਆ ਹੈ। ਤੇ ਜੋ ਵੀ ਰਸਤੇ ਵਿੱਚ ਮਿਲਦਾ ਹੈ ਜਾਂ ਆਂਢੀ ਗੁਆਂਢੀ ਹੈ ਉਹਨਾਂ ਤਾਂ ਹੀ ਦੱਸਦਾ ਹੈ ਕਿ ਭਾਈ ਮੇਰਿਆਂ ਖੇਤਾਂ ਦੇ ਵਿੱਚ ਕੁਝ ਸਾਧੂ ਵਿਰਾਜੇ ਨੇ। ਉਹਨਾਂ ਨੇ ਇਸ ਪ੍ਰਕਾਰ ਮੈਨੂੰ ਕਿਹਾ ਹੈ ਕਿ ਪਰਮੇਸ਼ਰ ਦਾ ਨਾਮ ਜਪੋ ਫਿਰ ਵਰਖਾ ਹੋਵੇਗੀ। ਕਿ ਪਹਿਲਾਂ ਪਰਮੇਸ਼ਰ ਦਾ ਨਾਮ ਜਪੋ ਫਿਰ ਤੁਹਾਡੀਆਂ ਇੱਛਾਵਾਂ ਪੂਰਨ ਹੋਣਗੀਆਂ। ਫਿਰ ਪਰਮੇਸ਼ਰ ਦਾ ਪਹਿਲਾਂ ਨਾਮ ਜਪੋ, ਫਿਰ ਖੇਤੀ ਕਰੋ, ਫਿਰ ਹੀ ਆਪ ਜੀਆਂ ਦੇ ਕੰਮ ਪੂਰਨ ਹੋਣਗੇ। ਜਦੋਂ ਟੱਕਰਦਿਆਂ ਲੋਕਾਂ ਨੇ ਉਸ ਕਿਸਾਨ ਤੋਂ ਇਹ ਗੱਲਾਂ ਸੁਣੀਆਂ, ਸਾਰੇ ਹੱਸਣ ਲੱਗੇ ਨੇ। ਤੇ ਸਾਰੇ ਜਾਣਦੇ ਨੇ ਕਿ ਇਹ ਤਾਂ ਬੜੀ ਥੋੜੀ ਬੁੱਧੀ ਦਾ ਮਾਲਕ ਕੈਸੀਆਂ ਅਣਜਾਣ ਗੱਲਾਂ ਕਰਦਾ ਹੈ। ਤੇ ਕਹਿਣ ਲੱਗੇ ਹੈ ਕਿਸਾਨ ਭਾਈ, ਬਿਨਾਂ ਖੇਤੀ ਤੋਂ, ਬਿਨਾਂ ਵਰਖਾ ਤੋਂ, ਮੀਂਹ ਤੋਂ ਕਦੇ ਵੀ ਖੇਤੀ ਨਹੀਂ ਉੱਗਦੀ। ਤੇ ਮਖੌਲ ਕਰਨ ਲੱਗੇ, ਕਹਿੰਦੇ ਚੰਗਾ ਫਿਰ ਜਾ ਕੇ ਤੂੰ ਬੀਜ ਲਾ ਤੇ ਆਪਣੇ ਦਾਣਿਆਂ ਨਾਲ ਘਰ ਭਰ ਲਵੀਂ। ਇਸ ਪ੍ਰਕਾਰ ਉਹਨਾਂ ਦੇ ਹਾਸੇ ਮਖੌਲ ਵਾਲੇ ਵਚਨ ਸੁਣ ਕਰਕੇ ਤੇ ਘਰੇ ਨਹੀਂ ਗਿਆ, ਘਰ ਤੋਂ ਪਹਿਲਾਂ ਹੀ ਫਿਰ ਵਾਪਸ ਮੁੜਿਆ, ਸਤਿਗੁਰਾਂ ਦੇ ਕੋਲ ਆਇਆ ਹੈ। ਕਹਿਣ ਲੱਗਾ ਮਹਾਰਾਜ, ਮੈਂ ਜਾ ਕੇ ਐਸੇ ਬਚਨ ਜੋ ਤੁਸੀਂ ਮੈਨੂੰ ਦੱਸੇ, ਮੈਂ ਨਗਰ ਵਿੱਚ ਦੱਸੇ ਤੇ ਮੇਰਾ ਬੜਾ ਮਖੌਲ ਉਡਾਇਆ ਹੈ। ਮਹਾਰਾਜ ਮੈਨੂੰ ਸਾਰੇ ਹੀ ਲੋਕ ਬੁੱਧੀ ਤੋਂ ਹੀਣਾ ਜਾਣਦੇ ਨੇ। ਮਹਾਰਾਜ ਲੋਕ ਕਹਿੰਦੇ ਨੇ ਕਿ ਮੀਂਹ ਤੋਂ ਬਿਨਾਂ, ਜਲ ਤੋਂ ਬਿਨਾਂ ਕਿਵੇਂ ਖੇਤ ਉੱਗਣਗੇ। ਮਹਾਰਾਜ ਇਹ ਤਾਂ ਗੱਲ ਸਾਚੀ ਹੈ ਕਿ ਬਰਸਾਤ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕਦੇ ਵੀ ਖੇਤੀ ਨਹੀਂ ਹੁੰਦੀ, ਤੇ ਇਹ ਤਾਂ ਗੱਲ ਸੱਚੀ ਹੈ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿਸਾਨ ਜ਼ਮੀਨ ਕਰ ਤੋਂ ਖੇਤੀ ਨੂੰ ਬੀਜਣਾ ਕਰ। ਤੇ ਜੇਕਰ ਭਾਈ ਤੇਰੇ ਬੀਜੇ ਖੇਤ ਨਾ ਉੱਗੇ ਤੇ ਅਸੀਂ ਦੇਣਦਾਰ ਹੋਵਾਂਗੇ। ਜੇਕਰ ਤੇਰੇ ਬੀਜਿਆ ਹੋਇਆ ਬੀਜ ਸਾਰਾ ਵਿਅਰਥ ਚਲਿਆ ਗਿਆ, ਜਿੰਨਾ ਤੇਰਾ ਬੀਜ ਖਰਾਬ ਹੋਵੇਗਾ ਅਸੀਂ ਆਪ
ਆਪ ਲਿਆ ਕੇ ਤੈਨੂੰ ਦੇਵਾਂਗੇ। ਸੋਨਾ ਪਈ ਧੀਰ ਲਾਗਲ ਲਾਏ ਇਸ ਪ੍ਰਕਾਰ ਸੁਣ ਕਰਕੇ ਹੌਸਲਾ ਕਰਕੇ ਇਸ ਪ੍ਰਕਾਰ ਘਰੋਂ ਹੜ ਲੈ ਕੇ ਆਇਆ ਮਨ ਹੈ। ਹਾਥ ਬੰਦ ਲੀਨੀ ਜਾਏ ਤੇ ਹੱਥ ਬੰਨ ਕੇ ਗੁਰੂ ਨਾਨਕ ਦੇਵ ਜੀਆਂ ਤੋਂ ਆਗਿਆ ਲਈ ਹੈ ਪੈੜੀ ਵਾਹੁਣ ਦੀ। ਕਰਤਾਰ ਸਿਮਰ ਕੇ ਭੂਮ ਵਾਹੇ ਇਸ ਪ੍ਰਕਾਰ ਨਾਲੇ ਮੁਖ ਤੋਂ ਵਾਹਿਗੁਰੂ 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 ਕਹਿੰਦਾ ਹੈ, ਨਾਲੇ ਹਲ ਵਾਹੁੰਦਾ ਤੁਮਕੋ ਹੈ। ਭੂਮ ਬੀਜ ਦੀਨੀ ਸੋਤਾਹੇ ਇਸ ਪ੍ਰਕਾਰ ਖੇਤੀ ਦੇ ਵਿੱਚ ਜਿਹੜੇ ਬੀਜ ਘਰੋਂ ਲੈ ਕੇ ਆਇਆ ਸੀ, ਕਣਕ ਬੀਜੀ ਹੈ। ਤੁਮਰ ਜਨ ਬੰਦ ਕਰ ਬੈਸ ਆਨ ਤੇ ਬੀਜ ਕਰਕੇ ਥੋੜਾ ਜਿਹਾ ਥਾਂ ਖੇਤੀ ਦਾ ਇਸ ਪ੍ਰਕਾਰ ਸਤਿਗੁਰਾਂ ਦੇ ਪਾਸ ਬੈਠਾ ਔਰ ਹੈ। ਕੀਨ ਸਾਤਾ ਨਹੀਂ ਦੁਲਾਨ ਇਸ ਪ੍ਰਕਾਰ ਫਿਰ ਰਤੀ ਭਰ ਵੀ ਸੰਗਤ ਜੀ ਉਹਦੀ ਸ਼ਰਧਾ ਡੋਲੀ ਨਹੀਂ, ਪੂਰਨ ਭਰੋਸਾ ਰੱਖਿਆ ਨਿਸ ਹੈ। ਗਾਇਓ ਤਾਮ ਪਨ ਭਾਈ ਭੋਰ ਇਸ ਪ੍ਰਕਾਰ ਆਪਣੇ ਘਰ ਚਲਾ ਗਿਆ ਹੈ। ਸ਼ਾਮ ਦੇ ਸਮੇਂ ਰਾਤਰੀ ਬਤੀਤ ਹੋਈ ਚਲ ਹੈ। ਆਏ ਦੇਖਿਓ ਖੇਤ ਔਰ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਹੈ, ਛੇਤੀ ਦੇ ਨਾਲ ਆਪਣੇ ਘਰ ਤੋਂ ਚੱਲਿਆ ਆਪਣੇ ਖੇਤਾਂ ਨੂੰ ਵੇਖਣ ਆਇਆ ਹੈ। ਸਾਚੀ ਸੋ ਲੱਕੀ ਤਾਪ ਨਾ ਬਹਾਰ ਇਸ ਪ੍ਰਕਾਰ ਜਦੋਂ ਖੇਤੀ ਜੋ ਹਜੇ ਕੱਲ੍ਹ ਹੀ ਬੀਜ ਕੇ ਗਿਆ ਸੀ, ਅੱਜ ਹਰੀ ਭਰੀ ਹੋਈ ਬੈਠੀ ਜਨ ਹੈ। ਬਹੁਤ ਦਿਵਸ ਕੀ ਇਹ ਸਵਾਰ ਤੇ ਵੇਖਣ ਤੋਂ ਏਦਾਂ ਲੱਗਦਾ ਹੈ ਕਿ ਜੋ ਇਹ ਖੇਤੀ ਹੈ, ਇਹ ਇਸ ਪ੍ਰਕਾਰ ਬੜੇ ਦਿਨ ਪਹਿਲਾਂ ਦੀ ਬੀਜੀ ਹੋਵੇ ਜੀ। ਕਰ ਹੱਥ ਬੰਦ ਗੁਰ ਚੰਦਰੀਨ ਤੇ ਦੋਨੋਂ ਹੱਥ ਜੋੜੇ ਨੇ, ਸਤਿਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕੀਤੀ ਸਾਦਾ ਹੈ। ਸੋਪਤੀ ਜੋ ਮੁਖ ਦੇਨ ਤੇ ਹੁਣ ਹੋਰ ਸ਼ਰਧਾ ਵੱਧ ਗਈ ਹੈ, ਜਿਸ ਨੇ ਮੁਕਤੀ ਦੇਣੀ ਪੁਨ ਹੈ। ਨਾਮ ਸੁਨੇ ਆਚਾਤ ਮਾਨ ਤੇ ਜਦੋਂ ਨਗਰ ਦਿਆਂ ਲੋਕਾਂ ਨੇ ਐਸੀ ਕਰਾਮਾਤ ਵੇਖੀ, ਬੜਾ ਹੈਰਾਨ ਹੋਏ। ਸਮਝਾਏ ਜੇ ਰਖੇ ਸਾਚ ਜਾਨ ਤੇ ਸਾਰੇ ਹੀ ਨਗਰ ਦੇ ਲੋਕ ਇੱਕ ਦੂਜੇ ਤੋਂ ਮੂਹਰੇ ਦੌੜਦੇ ਹੋਏ ਖੇਤਾਂ ਵੱਲ ਆਏ ਨੇ। ਅਸ ਜਾਨ ਅਜਮਤੀ ਉਰਪਮਾਨ ਇਸ ਪ੍ਰਕਾਰ ਸੁਣ ਕਰਕੇ ਵੇਖ ਕਰਕੇ ਬੜਾ ਹੈਰਾਨ ਹੋ ਰਹੇ ਨੇ। ਗੁਰ ਤੀਰ ਪਹੁੰਚੇ ਸਿਦਕ ਖਾਨ ਤੇ ਬੜਾ ਭਰੋਸਾ ਰੱਖ ਕੇ ਨਗਰ ਦੇ ਲੋਕ ਵੀ ਸਤਿਗੁਰਾਂ ਕੋਲ ਪਹੁੰਚੇ ਨੇ ਜੀ। ਕਰ ਬੰਦਨਾ ਸੋ ਦਰ ਭੇਟ ਸੋਏ ਤੇ ਜੋ ਵੀ ਥੋੜੀਆਂ ਥੋੜੀਆਂ ਭੇਟਾਵਾਂ ਸਮਰੱਥਾ ਅਨੁਸਾਰ, ਕੋਈ ਆਟਾ ਕੋਈ ਦਾਲ ਕੋਈ ਪ੍ਰਸ਼ਾਦੇ ਲੈ ਕੇ ਆਇਆ ਹੈ, ਸਾਰਿਆਂ ਨੇ ਸਤਿਗੁਰਾਂ ਨੂੰ ਅਰਪਣ ਕੀਤੀਆਂ ਨੇ। ਬੈਠ ਪੂਜਨੀ ਕਿਵ ਅਨ ਹੋਏ ਤੇ ਪੁੱਛਣ ਲੱਗੇ ਨੇ ਕਿ ਮਹਾਰਾਜ ਇਹ ਖੇਤੀ ਇੱਕ ਦਿਨ ਦੇ ਵਿੱਚ ਭਲਾ ਕਿਵੇਂ ਉਗਿਆਈ ਗੁਰ ਹੈ। ਕੀਨ ਦਇਆ ਦੀਨੀ ਰਜਾਏ ਤੇ ਗੁਰੂ ਨਾਨਕ ਦੇਵ ਜੀਆਂ ਨੇ ਉਹਨਾਂ ਉੱਪਰ ਬੜੀ ਕਿਰਪਾ ਕੀਤੀ, ਦੱਸਣਾ ਕੀਤਾ ਹੈ। ਕਰਤਾਰ ਨਾਮ ਰਸਨਾ ਧਿਆਏ ਤੇ ਮਹਾਰਾਜ ਕਹਿਣ ਲੱਗੇ, ਭਾਈ ਕਰਤਾਰ ਨਾਮ ਜੋ ਵਾਹਿਗੁਰੂ ਦਾ ਨਾਮ ਹੈ, ਹਮੇਸ਼ਾ ਆਪਣੇ ਮੁਖ ਤੋਂ ਧਿਆਇਆ ਕਰੋ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਤੇ ਉਹ ਜ਼ਰੂਰ ਪੂਰਨ ਹੋਇਆ ਕਰੇ। ਕਰਤਾਰ ਕਰਤਾਰ ਦੇ ਅਰਥ ਕਰੀਏ ਸੰਗਤ ਜੀ, ਕਰਤਾਰ ਕਰ ਨੂੰ ਕਹਿੰਦੇ ਨੇ ਹੱਥ। ਜਿਸ ਪਰਮੇਸ਼ਰ ਦੇ ਹੱਥਾਂ ਵਿੱਚ ਤਾਰ ਸਾਰਿਆਂ ਦੀ ਰੋਜੀ ਹੈ, ਉਸ ਦਾ ਨਾਮ ਜਪੀਏ ਤੇ ਕਦੇ ਵੀ ਰੋਟੀ ਤੋਂ ਭੁੱਖੇ ਨਹੀਂ ਮਰਨਾ। ਕਦੇ ਵੀ ਬੀਜੀ ਹੋਈ ਖੇਤੀ ਇਸ ਪ੍ਰਕਾਰ ਉਹ ਵਿਅਰਥ ਨਹੀਂ ਜਾਵੇਗੀ, ਜੇਕਰ ਪਰਮੇਸ਼ਰ ਦਾ ਨਾਮ ਲੈ ਕੇ ਸਿਮਰੀਏ। ਪੁਰਾਤਨ ਸਮਿਆਂ ਦੇ ਜੋ ਸਿੱਖ ਸਨ, ਖੇਤੀ ਬੀਜਣ ਤੋਂ ਪਹਿਲਾਂ ਵੀ ਅਰਦਾਸਾਂ ਕਰਵਾਉਂਦੇ ਸਨ, ਔਰ ਇਸ ਪ੍ਰਕਾਰ ਖੇਤੀ ਬੀਜਣ ਤੋਂ ਬਾਅਦ ਵੀ ਅਰਦਾਸਾਂ ਤੇ ਵੱਢਣ ਤੋਂ ਬਾਅਦ ਵੀ ਅਰਦਾਸਾਂ ਕਰਵਾਉਂਦੇ ਸਨ। ਤੇ ਸਤਿਗੁਰਾਂ ਨੂੰ ਉਹਨਾਂ ਲੋਕਾਂ ਨੇ ਆ ਕੇ ਪੁੱਛਿਆ, ਹੈ ਮਹਾਰਾਜ ਇਹ ਜਿਹੜੀ ਖੇਤੀ ਇਸ ਕਿਸਾਨ ਦੀ ਹਰੀ ਭਰੀ ਹੋਈ ਹੈ, ਇਹ ਕਿਵੇਂ ਹਰੀ ਭਰੀ ਹੋਈ ਹੈ? ਤੇ ਮਹਾਰਾਜ ਕਹਿਣ ਲੱਗੇ, ਕਰਤਾਰ ਨਾਮ ਰਸਨਾ ਤੇ ਆਏ ਕਿ ਜਿਨ੍ਹਾਂ ਦੀਆਂ ਰਸਨਾ ਪਰਮੇਸ਼ਰ ਦਾ ਨਾਮ ਜਪਦੀਆਂ ਨੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀਆਂ ਨੇ, ਤੇ ਉਸ ਪਰਮੇਸ਼ਰ ਦੇ ਹੱਥ ਸਾਰੀ ਰੋਜੀ। ਤੇ ਇਸ ਪ੍ਰਕਾਰ ਉਹ ਕਦੇ ਵੀ ਰੋਜੀ ਨੂੰ ਮੰਨ ਨਹੀਂ ਦਿੰਦਾ, ਕਦੇ ਵੀ ਖੇਤੀ ਨੂੰ ਸੁੱਕਣ ਨਹੀਂ ਦਿੰਦਾ। ਜਿਹੜੇ ਲੋਕ ਉਸ ਪਰਮੇਸ਼ਰ ਦੇ ਉੱਪਰ ਕੋਟ ਆਸਰਾ ਰੱਖ ਕੇ ਆਪਣਾ ਕੰਮ ਧੰਦਾ ਕਰਦੇ ਨੇ, ਉਹਨਾਂ ਦੇ ਕੰਮ ਹਮੇਸ਼ਾ ਹੀ ਪੂਰਨ ਚੜ੍ਹਦੇ ਨੇ। ਇਸ ਪ੍ਰਕਾਰ ਮਹਾਰਾਜ ਉਸ ਨਗਰ ਦੇ ਲੋਕਾਂ ਨੂੰ ਉਪਦੇਸ਼ ਦੇ ਰਹੇ ਨੇ
ਇੱਥੇ ਹੀ ਅੱਜ ਵਿਸ਼ਰਾਮ ਲੈਂਦੇ ਹਾਂ। ਇੱਥੋਂ ਤੱਕ ਕਥਾ ਵਿਚਾਰਾਂ ਆਈਆਂ ਨੇ। ਜੋ ਕੱਲ੍ਹ ਦਾ ਇਤਿਹਾਸ ਆਵੇਗਾ ਸਮੇਂ ਸਿਰ ਪਹੁੰਚ ਕਰਕੇ ਸ਼ਰਵਣ ਕਰਨਾ ਹੈ। ਸਤਿਗੁਰੂ ਜੀ ਅੱਗੇ ਕਿਸ ਪ੍ਰਕਾਰ ਉਹਨਾਂ ਨੂੰ ਉਪਦੇਸ਼ ਦੇਣਗੇ, ਉੱਥੇ ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨਗੇ। ਕੱਲ੍ਹ ਦੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ। ਸਮਾਪਤ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਹੈ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਆਪ ਰਤਨ ਪਰਵਾਰ ਕਰਿਆ ਸ਼ਬਦ ਗਾਵਣ ਆਇਆ। ਸਤਿਗੁਰ ਦਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਨਾਲੇ, ਹਰ ਨਾਮ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਨਾਲੇ, ਸੱਚ ਸਾਹਿਬਾ ਕਿਆ ਨਾਹੀ ਕਰ ਤੇਰਾ ਘਾਟਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਤੇਰਾ ਆਧਾਰੋ ਸਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਪਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਕੀਤਾ ਗੁਰੂ ਬਿਟੋ ਜਿਸ ਦੀਆਂ ਬੜਿਆਈਆਂ। ਕਾਹੈ ਨਾਨਕ ਸੁਣੋ ਸੁਣੋ ਸੰਤੋ ਸਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਦਿਨ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਧ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਾਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਮਾਰ ਪ੍ਰਾਪਤ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਭਗਤ ਸਭ ਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ, ਦਿਵ ਸਰਾਬ ਦੁਇ ਦਾਈ। ਕਾਇਆ ਖੇਮੈ ਸਕਲ ਜਗਤ, ਚੰਗਿਆਈਆਂ ਬੁਰਿਆਈਆਂ। ਵਾਜੈ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਆਇਆ ਗਏ ਮੁਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ